ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਚਰਚਾ ਦੇ ਵਿੱਚ ਜੋ ਪਹਿਲਾ ਸਵਾਲ ਅਸੀਂ ਲੈ ਰਹੇ ਹਾਂ ਕਿ ਹੁਕਮਨਾਮਾ ਲੈਣ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਸ਼ਲੋਕ ਦੀ ਕੋਈ ਗਿਣਤੀ ਜਾਂ ਕੋਈ ਨਿਯਮ ਨਿਰਧਾਰਿਤ ਹੈ। ਇਹ ਸਵਾਲ ਆਇਆ ਹੈ। तो इस दा ਤਜਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਜਵਾਬ ਸੰਗਤ ਨੂੰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜੋ ਸਵਾਲ ਪੁੱਛਿਆ ਹੈ ਇਹ ਬੜਾ ਵਾਜਬ ਹੈ, ਕਿਉਂਕਿ ਕਈ ਵਾਰੀ ਅਸੀਂ ਦੇਖਿਆ ਹੈ ਕਿ ਮਹਾਰਾਜ ਦਾ ਜਿਹੜਾ ਮੁੱਖ ਵਾਕ ਲੈਣ ਲੱਗਿਆ ਜਿਹੜੇ ਗ੍ਰੰਥੀ ਸਿੰਘ ਹਨ ਉਹ ਕਈ ਪੂਰੇ ਸ਼ਬਦ ਜਿਹੜੇ ਹਨ ਉਹ ਇੱਕ ਨਹੀਂ ਦੋ ਨਹੀਂ ਤਿੰਨ ਵੀ ਜਿਹੜੇ ਹਨ ਉਸ ਤੋਂ ਬਾਅਦ ਵੀ ਪੜ ਜਾਂਦੇ ਹਨ ਤੇ ਇਹ ਨਹੀਂ ਪਤਾ ਲੱਗਦਾ ਕਿ ਹੁਕਮਨਾਮਾ ਸ਼ੁਰੂ ਹੋ ਗਿਆ ਜਾਂ ਹੁਕਮਨਾਮਾ ਉਹਨਾਂ ਨੇ ਹਾਲੇ ਲੈਣਾ ਹੈ। तो अपने वालों ਜਿਹੜੇ ਸ਼ਬਦ ਉਹਨਾਂ ਨੂੰ ਕੰਠ ਹੁੰਦੇ ਹਨ ਉਹ ਪੜਨਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਅਸਲੀ ਪਤਾ ਲੱਗਦਾ ਹੈ ਕਿ ਹੁਣ ਹੁਕਮਨਾਮਾ ਇਹ ਦਰਬਾਰ ਸਾਹਿਬ ਤੋਂ ਲਿਆ ਜਾਵੇ। तो मेरी ये बेनती है कि हुक्मनामा लैन तो पहला जो सानू वाजिब है सानू चाहिदा है वो है कि जो मूल मंत्र का पाठ सब तो पहला करना जरूरी है, एक ओंकार साहब तो लैके गुर प्रसाद तक। उस तो बाद एक या दो श्लोक या एक या दो पंक्तियां ਜਿਹੜੀਆਂ ਨੇ ਜਿਹੜੀਆਂ ਅਰਦਾਸ ਰੂਪ ਦੇ ਹੋਣ, ਬੇਨਤੀ ਰੂਪ ਦੇ ਵਿੱਚ ਹੋਣ, ਅਕਾਲ ਪੁਰਖ ਦੀ ਉਸਤਤੀ ਦੇ ਰੂਪ ਵਿੱਚ ਹੋਣ ਜਾਂ ਗੁਰੂ ਸਾਹਿਬ ਦੀ ਉਸਤਤੀ ਵਿੱਚ ਹੋਣ, ਉਹਨਾਂ ਦਾ ਜਿਹੜਾ ਹੈ ਉਹ ਪੜ੍ਹਨਾ ਚਾਹੀਦਾ ਹੈ। ਔਰ ਇਸ ਤੋਂ ਬਾਅਦ ਫਿਰ ਮਹਾਰਾਜ ਦਾ ਹੁਕਮਨਾਮਾ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ। ਔਰ ਇਹ ਮਰਿਆਦਾ ਅਗਰ ਫਾਲੋ ਕੀਤੀ ਜਾਏ ਤਾਂ ਜੋ ਸਾਰੇ ਜਗ੍ਹਾ ਦੇ ਉੱਪਰ ਫਿਰ ਗੁਰੂ ਗ੍ਰੰਥ ਸਾਹਿਬ ਦਾ ਜੋ ਮੁੱਖ ਵਾਕ ਹੈ ਉਸ ਨੂੰ ਜਿਹੜਾ ਹੈ ਸਮਝਾਇਆ ਜਾਏ, ਉਸ ਦੇ ਅਰਥ ਜਿਹੜੇ ਹਨ ਸੁਖੈਨ ਅਰਥ ਜਿਹੜੇ ਹਨ ਉਹ ਇਨ ਬਰੀਫ ਜਿਹੜੇ ਹਨ ਸਮਝਾਏ ਜਾਣ। ਮੈਂ ਸਮਝਦਾ ਹਾਂ ਕਿ ਇਹ ਤਰੀਕਾ ਅਗਰ ਅਪਣਾਏ ਤੇ ਇਹ ਠੀਕ ਰਹੇਗਾ ਜੀ। ਹਾਂਜੀ ਹਾਂਜੀ ਐਮਪੀ ਸਿੰਘ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। तो इस टॉपिक के बारे च अगर संगत विचों किसी का कोई फर्दर इनपुट होवे या कोई और फर्दर क्लैरिफिकेशन किसी को चाहिए होवे तो प्लीज़ अपना हैंड रेज करके अपना सवाल कर सकते हैं। तो तजिंदर सिंह जी को मैं रिक्वेस्ट करांगा कि थोड़ा माइक अपना एडजस्ट करो, थोड़ी आवाज़ बड़ी हल्की आ रही सी। तो एक हैंड रेज है सरदार रजिंदर सिंह जी का। हाँ जी आप जी अपना सवाल कर सकते हो रजिंदर सिंह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਜੀ ਇਸ ਵੇਲੇ ਇੱਕ ਪਟਕਾ ਬਣਿਆ ਹੋਇਆ ਹੈ ਕਿ ਜਿਸ ਤਰ੍ਹਾਂ ਸੋ ਕਹੋ ਟਲ ਗੁਰ ਸੇਵੀਏ ਐਨ ਸਹਿ ਸਵਾਏ, ਉਹ ਸ਼ਬਦ ਜਿਹੜਾ ਦਰਬਾਰ ਸਾਹਿਬ ਵੀ ਪੜ੍ਹਦੇ ਆ ਉਹੀ ਮੈਂ ਦੇਖਿਆ ਜ਼ਿਆਦਾਤਰ ਲੋਕ ਉਸ ਤੋਂ ਹੀ ਪੜ੍ਹਦੇ ਆ, ਉਹਨੂੰ ਕੰਟੀਨਿਊ ਕਰਨਾ ਠੀਕ ਹੈ। हाँ जी तजिंदर सिंह जी। हाँ जी मैं बेनती की है कि सानू मूल मंत्र जड़ा है वो फिक्सड है, एक ओंकार तो गुर प्रसाद तक मुख वाक लैन तो पहला उस नूं जरूर पढ़ना चाहिए है। इस तो बाद कोई भी शब्द जड़ा है वो फिक्स नहीं है किसी जगह के उपर ना रैत मर्यादा के अंदर, लेकिन यह है कि असी बेनती रूप के अंदर महाराज का मुख वाक लैन तो पहला बेनती रूप में असी ਜਿਹੜੇ ਹੈ ਇੱਕ ਦੋ ਸ਼ਲੋਕ ਪੜ੍ਹ ਸਕਦੇ ਹਾਂ ਜਾਂ ਜੋ ਪੰਕਤੀਆਂ ਸਾਨੂੰ ਬੇਨਤੀ ਸਰੂਪ ਵਿੱਚ ਜਾਂ ਅਕਾਲ ਪੁਰਖ ਦੀ ਉਸਤਤੀ ਜਾਂ ਗੁਰੂ ਸਾਹਿਬ ਦੀ ਉਸਤਤੀ ਦੇ ਵਿੱਚ ਸਾਨੂੰ ਮਿਲਣ ਬੇਨਤੀ ਰੂਪ ਵਿੱਚ ਅਰਦਾਸ ਰੂਪ ਵਿੱਚ ਉਹ ਸਾਨੂੰ ਗਾਇਨ ਕਰਨੀ ਚਾਹੀਦੀਆਂ। ਤਾਂ ਕੋਈ ਫਿਕਸ ਜਿਹੜਾ ਹੈ ਉਹ ਸਵਾਏ ਮੂਲ ਮੰਤਰ ਦੇ ਹੋਰ ਅਸੀਂ ਨਹੀਂ ਕਰ ਸਕਦੇ। ਹਾਂਜੀ ਸਰਦਾਰ ਫੂਲਾ ਸਿੰਘ ਜੀ। ਜੋ ਦਰਬਾਰ ਸਾਹਿਬ ਦੀ ਪ੍ਰਥਾ ਜੀ 3 ਸ਼ਲੋਕ ਪੜ੍ਹੇ ਜਾਂਦੇ ਨੇ, ਸੋ ਕਹੋ ਟਲ ਗੁਰ ਸੇਵੀਏ ਤੇ ਉਸ ਤੋਂ ਬਾਅਦ 2 ਹੋਰ। ਇਹੋ ਹੀ ਪ੍ਰਥਾ ਚੱਲ ਰਹੀ ਹੈ ਕਿ ਉਸ ਤੋਂ ਪਹਿਲੇ ਸ਼ੁਰੂ ਵਿੱਚ ਸਾਰੇ ਹੀ ਮੂਲ ਮੰਤਰ ਨਹੀਂ ਪੜ੍ਹਦੇ, ਇੱਕ ਓਂਕਾਰ ਸਤਿਨਾਮ ਵਾਹਿਗੁਰੂ ਕਹਿ ਕੇ ਸ਼ੁਰੂ ਕਰ ਦਿੰਦੇ ਹਨ। ਔਰ ਉਹ 3 ਜਿਹੜੇ ਸ਼ਲੋਕ ਨੇ ਉਹ ਜ਼ਰੂਰ ਪੜ੍ਹੇ ਜਾਂਦੇ ਨੇ। ਇਸ ਦੀ ਜ਼ਿਆਦਾ ਪ੍ਰਥਾ ਹੈ ਜਿਹੜੀ ਸਰ ਕਿਰਪਾਲ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਦਰਬਾਰ ਸਾਹਿਬ, ਉਹੀ ਚੱਲ ਰਹੀ ਹੈ। ਸੋ ਉਹਦੇ ਵਿੱਚ ਕੋਈ ਵਿਘਨ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ। ਚਲੋ ਜੋ ਚੱਲ ਰਹੀ ਕੰਟੀਨਿਊ ਪ੍ਰੈਕਟਿਸ ਹੈ ਉਹਦੇ ਵਿੱਚ ਕੋਈ ਅਸੀਂ ਚੇਂਜ ਕਰਨ ਦੀ ਗੱਲ ਨਹੀਂ ਕੀਤੀ, ਉਸੇ ਲਾਈਨ ਤੇ ਹੀ ਗੱਲ ਕੀਤੀ ਹੈ। ਪਰ ਸਿਰਫ ਇੰਨਾ ਕਿਹਾ ਗਿਆ ਹੈ ਕਿ ਬਈ ਗਿਣਤੀ ਨੂੰ ਇੰਨਾ ਜ਼ਿਆਦਾ ਨਾ ਵਧਾ ਦਿੱਤਾ ਜਾਵੇ ਜਾਂ ਇੰਨੇ ਲੰਬੇ ਸ਼ਬਦ ਨਾ ਪੜ੍ਹ ਦਿੱਤੇ ਜਾਣ ਕਿ ਬਈ ਸੰਗਤ ਪਹਿਲਾਂ ਹੀ ਕਨਫਿਊਜ਼ ਹੋ ਜਾਏ ਵੀ
ਹੁਕਮਨਾਮਾ ਚੱਲ ਤੇ ਨਹੀਂ ਰਿਹਾ ਕਿਧਰੇ, ਜਾਂ ਕਿਧਰੇ ਫਿਰ ਬਾਅਦ ਵਿੱਚ ਪਤਾ ਲੱਗਦਾ ਵੀ ਅਜੇ ਤਾਂ ਸਿਰਫ ਮੰਗਲਾਚਰਨ ਹੀ ਹੋ ਰਿਹਾ ਸੀਗਾ, ਹੁਕਮਨਾਮਾ ਬਾਅਦ ਵਿੱਚ ਆਏਗਾ। ਉਹ ਇੱਕ ਸਿਰਫ ਯੂਨੀਫਾਰਮਿਟੀ ਵਾਸਤੇ ਔਰ ਇੱਕ ਸੰਖੇਪ ਰੱਖਣ ਵਾਸਤੇ ਇਹ ਪੁਆਇੰਟ ਜਿਹੜਾ ਸੀ ਤੇਜਿੰਦਰ ਸਿੰਘ ਜੀ ਨੇ ਗੱਲ ਕੀਤੀ ਹੈ। ਸ਼ਬਦ ਨਹੀਂ ਪੜ੍ਹਨੇ ਚਾਹੀਦੇ, ਜਿਹੜੇ 3 ਸ਼ਲੋਕ ਨੇ ਉਹੀ ਕਾਫੀ ਨੇ, ਉਹ ਵੀ ਹਾਂ, ਸਿਰਫ ਸੰਗਤ ਔਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਸੇਮ ਹੀ ਸ਼ਲੋਕ ਪੜ੍ਹੇ ਜਾਣ, ਕੋਈ ਵੀ ਸਤਿਗੁਰੂ ਮਹਿਮਾ ਦੇ ਅਕਾਲ ਪੁਰਖ ਦੀ ਉਸਤਤੀ ਦੇ ਔਰ ਬੇਨਤੀ ਸਰੂਪ ਜਿਹੜੇ ਨੇ ਉਹ ਕੋਈ ਸ਼ਲੋਕ ਪੜ੍ਹੇ ਜਾ ਸਕਦੇ। ਠੀਕ ਹੈ। ਧੰਨਵਾਦ ਜੀ। ਤੇ ਦਰਬਾਰ ਸਾਹਿਬ ਦੀ ਮਰਿਆਦਾ ਸਭ ਜਗ੍ਹਾ ਤੇ ਫਾਲੋ ਨਹੀਂ ਕੀਤੀ ਜਾ ਰਹੀ ਹੈ, ਨਾ ਅਕਾਲ ਤਖਤ ਸਾਹਿਬ ਤੇ ਫਾਲੋ ਹੋ ਰਹੀ ਹੈ ਦਰਬਾਰ ਸਾਹਿਬ ਦੀ ਮਰਿਆਦਾ, ਤੇ ਨਾ ਅਕਾਲ ਤਖਤ ਦੀ ਮਰਿਆਦਾ ਦਰਬਾਰ ਸਾਹਿਬ ਵਿੱਚ ਫਾਲੋ ਹੋ ਰਹੀ ਹੈ। ਤੋ ਇਸ ਕਰਕੇ ਅਸੀਂ ਤੇ ਕਿਹਾ ਵੀ ਸਾਰੇ ਜਿਹੜੇ ਗੁਰਦੁਆਰੇ ਸਾਹਿਬ ਹਨ, ਜਿੱਥੇ ਵੀ ਗ੍ਰੰਥੀ ਸਾਹਿਬ ਜਿਹੜੇ ਹਨ ਉਹ ਮੁੱਖ ਵਾਕ ਲੈਂਦੇ ਹਨ, ਉਹਨਾਂ ਨੂੰ ਐ ਸੰਖੇਪ ਕਰਕੇ ਇਹ ਜਿਹੜਾ ਆਪਾਂ ਮੂਲ ਮੰਤਰ ਪੜ੍ਹੀਏ ਔਰ ਇੱਕ ਦੋ ਬੇਨਤੀ ਦੇ ਜਾਂ ਅਰਦਾਸ ਰੂਪ ਸ਼ਲੋਕ ਜਿਹੜੇ ਆ ਉਹ ਪੜ੍ਹੇ ਜਾਣ। ਅਸੀਂ ਫਿਕਸ ਕਰਨ ਦੇ ਜਿਹੜੇ ਹੱਕ ਵਿੱਚ ਨਹੀਂ ਆ, ਜੇ ਦਰਬਾਰ ਸਾਹਿਬ ਪੜ੍ਹੇ ਜਾਣੇ ਤੇ ਬਹੁਤ ਖੂਬ ਹੈ, ਤੇ ਬਾਕੀ ਜਿਹੜੇ ਗੁਰਦੁਆਰੇ ਨੇ ਉਹ ਕੋਈ ਵੀ ਇਸ ਪੈਟਰਨ ਦੇ ਉੱਪਰ ਮੁੱਖ ਵਾਕ ਲੈ ਸਕਦੇ ਹਨ, ਮੂਲ ਮੰਤਰ ਦਾ ਪਾਠ ਕਰਕੇ ਔਰ ਇੱਕ ਦੋ ਸ਼ਲੋਕ ਪੜ੍ਹ ਕੇ। ਲੰਬੀ ਲਿਸਟ ਨਹੀਂ ਹੋਣੀ ਚਾਹੀਦੀ ਜਿਵੇਂ ਮੈਂ ਬੇਨਤੀ ਕੀਤੀ। ਚਲੋ ਉਸ ਤੋਂ ਬਾਅਦ ਅਸੀਂ ਅਗਲਾ ਸਵਾਲ ਲੈਂਦੇ ਹਾਂ ਜੀ। ਇੱਕ ਸਵਾਲ ਇਹ ਆਇਆ ਹੈ ਕਿ ਜਪਜੀ ਸਾਹਿਬ ਦੀ ਜਦੋਂ ਪਹਿਲੀ ਪੌੜੀ ਹੈ ਜਿਹਦੇ ਵਿੱਚ ਲਾਈਨ ਆਉਂਦੀ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਉਹਦਾ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚ ਜੋ ਸੋਚ ਲਫ਼ਜ਼ ਹੈ ਉਹ ਅਰਥ ਤਾਂ ਕੀਤਾ ਗਿਆ ਹੈ ਸੁਚਮ ਦਾ, ਪਵਿੱਤਰਤਾ ਦਾ, ਪਰ ਕਈ ਸਾਰੇ ਟੀਕਾਕਾਰਾਂ ਨੇ ਸੋਚ ਲਫ਼ਜ਼ ਦਾ ਅਰਥ ਕੀਤਾ ਹੈ ਸੋਚ ਵਿਚਾਰ ਦਾ, ਕਿ ਬਈ ਬਹੁਤੀਆਂ ਸੋਚਾਂ ਕਰਨ ਨਾਲ ਕੋਈ ਸੋਚ ਨਹੀਂ ਬਣ ਸਕਦੀ, ਕੋਈ ਵਿਚਾਰ ਜਿਹੜੀ ਹੈ ਕਿਸੇ ਕੰਮ ਨਹੀਂ ਆ ਸਕਦੀ। तो ਇਹਦੇ ਬਾਰੇ ਆਪ ਜੀ ਕਲੈਰੀਫਿਕੇਸ਼ਨ ਦਿਓ ਕਿ ਇਹਦਾ ਠੀਕ ਅਰਥ ਕੀ ਹੈ। ਆਪ ਜੀ ਨੇ ਠੀਕ ਹੈ ਕਿ ਜਿਹੜੇ ਕਈ ਵੀ ਜਿਹੜੇ ਟੀਕੇ ਹਨ, ਜਿਵੇਂ ਮੈਂ ਫਰੀਦਕੋਟ ਦਾ ਟੀਕਾ ਜਿਹੜਾ ਸ਼ਬਦਾਰਥ ਹੈ ਉਹਨੂੰ ਅਸੀਂ ਦੇਖਦੇ ਹਾਂ, ਵਾਜਦੇ ਹਾਂ, ਜਾਂ ਹੋਰ ਵੀ ਜਪਜੀ ਸਾਹਿਬ ਦੇ ਕਈ ਟੀਕੇ ਹਨ ਜਿਨ੍ਹਾਂ ਦੇ ਵਿੱਚ ਇਸ ਪੰਕਤੀ ਦੇ ਅਰਥ ਜਿਹੜੇ ਹਨ ਉਹ ਸੋਚਾਂ ਦੇ ਨਾਲ ਕੀਤੇ ਗਏ। ਮੈਂ ਬੇਨਤੀ ਕਰਾਂ ਕਿ ਇਹ ਮਿਸ਼ਨਰੀ ਕਾਲਜ ਦੀ ਜਿਹੜੀ ਲਹਿਰ ਹੈ ਉਹ ਜਿਹੜਾ 20ਵੀਂ ਸਦੀ ਦੇ ਵਿੱਚ 50ਵੇਂ ਔਰ 60ਵੇਂ ਦਹਾਕੇ ਦੇ ਵਿੱਚ ਸ਼ੁਰੂ ਹੋਈ, ਤਾਂ ਸਾਡੇ ਸਾਹਮਣੇ ਇੱਕ ਇਹ ਬੜੀ ਚੁਣੌਤੀ ਸੀ ਕਿ ਅਸੀਂ ਜਿਹੜੇ ਵੱਖ-ਵੱਖ ਅਰਥ ਕੀਤੇ ਜਾ ਰਹੇ ਹਨ ਗਿਆਨੀਆਂ ਵੱਲੋਂ, ਤੇ ਉਹ ਇਸ ਪੰਕਤੀ ਦੀ ਵੀ ਗੱਲ ਕਰਾਂਗੇ, ਲੇਕਿਨ ਉਹ ਇੱਕ ਇੱਕ ਪੰਕਤੀ ਦੇ ਕਈ ਅਰਥ ਕਰਦੇ ਹਨ ਔਰ ਵਿਦਵਾਨ ਇਉਂ ਵੀ ਕਰਦੇ ਹਨ, ਵਿਦਵਾਨ ਇਉਂ ਵੀ ਕਰਦੇ ਹਨ। तो उस नाल संगत कन्फ्यूज हो जाती है भी केड़ा अर्थ ਜਿਹੜਾ ठीक है। तो ਇਹ ਗੱਲ ਬੜੇ ਦੁੱਖ ਵਾਲੀ ਹੈ ਕਿ ਸਿੱਖ ਪੰਥ ਵਿੱਚ ਗੁਰਬਾਣੀ ਦੇ ਅਰਥਾਂ, ਸਿੱਖ ਵਿਚਾਰਧਾਰਾ, ਇਤਿਹਾਸ ਆਦਿ ਬਾਰੇ ਭਿੰਨ ਰਾਵਾਂ ਹਨ। ਇਸ ਦਾ ਕਾਰਨ ਇਹ ਹੈ ਕਿ ਸਿੱਖੀ ਵੱਲੋਂ ਕੌਮੀ ਤੌਰ ਤੇ ਇਕਸਾਰਤਾ ਲਿਆਉਣ ਦੇ ਯਤਨ ਨਹੀਂ ਕੀਤੇ ਗਏ। ਇਸ ਲਈ ਵਾਦ ਵਿਵਾਦ ਵੱਧਦੇ ਜਾ ਰਹੇ ਹਨ। ਅਜਿਹੇ ਹਾਲਤਾਂ ਵਿੱਚ ਜਿਸ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਜਿਸ ਵਿਦਵਾਨ ਦੇ ਅਰਥ ਠੀਕ ਲੱਗਦੇ ਹਨ ਉਹ ਉਸ ਨੂੰ ਹੀ ਠੀਕ ਮੰਨ ਲੈਂਦਾ ਹੈ। ਤੋ ਇਸ ਤਰ੍ਹਾਂ ਗੁਰਬਾਣੀ ਦਾ ਨਰਾਦਰ ਹੁੰਦਾ ਹੈ ਕਿ ਸਿੱਖ ਜੋ ਵਿਚਾਰਧਾਰਾ ਹੈ ਗੁਰਮਤੀ ਉਹ ਕਨਫਿਊਜ਼ ਹੋ ਜਾਂਦੀ ਹੈ, ਉਹ ਕਲੀਅਰ ਨਹੀਂ ਰਹਿੰਦੀ। ਤੋ ਇਸ ਵੇਲੇ ਸਿੱਖ ਸਾਹਿਤ ਦੇ ਸਭ ਪਹਿਲੂਆਂ ਵਿੱਚੋਂ ਇਕਸਾਰਤਾ ਲਿਆਉਣ ਦੇ ਸਿੱਖ ਮਿਸ਼ਨਰੀ ਕਾਲਜ ਲਹਿਰ ਜੋ ਹੈ ਉਹਨਾਂ ਵੱਲੋਂ ਕੀਤੇ ਗਏ। ਜਿੱਥੋਂ ਤੱਕ ਗੁਰਬਾਣੀ ਦੇ ਅਰਥਾਂ ਜਾਂ ਵਿਆਖਿਆ ਦਾ ਸੰਬੰਧ ਹੈ, ਗੁਰਬਾਣੀ ਦੇ ਵੱਖ-ਵੱਖ ਟੀਕਿਆਂ ਦਾ ਡੂੰਘਾ ਅਧਿਐਨ ਕਰਨ ਮਗਰੋਂ ਇਹ ਸੋਚਿਆ ਗਿਆ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਜਿਹੜੇ ਕਿ ਹਾਈਲੀ ਲਿਟਰੇਟ ਪਰਸਨ ਸਨ, ਜਿਨ੍ਹਾਂ ਨੇ ਪੰਜਾਬੀ ਔਰ ਜਿਹੜੀ ਹੈ ਸੰਸਕ੍ਰਿਤ ਹੈ ਔਰ ਅਰਬੀ ਫਾਰਸੀ ਭਾਸ਼ਾ ਦਾ ਵੀ ਉਹਨਾਂ ਨੂੰ ਗਿਆਨ ਸੀ, ਕਾਫੀ ਡੂੰਘਾ ਗਿਆਨ ਸੀ। ਉਹਨਾਂ ਦੇ ਜਿਹੜੇ ਅਰਥ ਕੀਤੇ ਹੋਏ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ, ਗੁਰੂ ਗ੍ਰੰਥ ਸਾਹਿਬ ਦਰਪਣ ਜੋ 10 ਵੋਲੀਅਮ ਵਿੱਚ ਕੀਤਾ ਗਿਆ, ਉਸ ਨੂੰ ਹੀ ਟੀਕੇ ਨੂੰ ਸਿੱਖ ਪੰਥ ਦਾ ਪੜ੍ਹਿਆ ਲਿਖਿਆ ਵਰਗ ਠੀਕ ਮੰਨਦਾ ਹੈ। ਮਿਸ਼ਨਰੀ ਵੀ ਇਸ ਟੀਕੇ ਨੂੰ ਹੀ ਜਿਹੜੀ ਹੈ ਉਹ ਮਾਨਤਾ ਦਿੰਦੇ ਹਨ ਔਰ ਸਿੱਖ ਸਾਹਿਤ ਦੀ ਸੇਵਾ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਵੀ ਡੀ.ਲਿਟ ਦੀ ਡਿਗਰੀ ਨਾਲ ਸਨਮਾਨਿਆ ਗਿਆ ਸੀ। ਉਹਨਾਂ ਨੇ ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਦਾ ਅਰਥ ਇਸ ਤਰ੍ਹਾਂ ਕੀਤਾ ਹੈ, ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੋਚ ਰੱਖਾਂ ਤਾਂ ਇਸ ਤਰ੍ਹਾਂ ਸੋਚ ਰੱਖਣ ਨਾਲ ਮਨ ਦੀ ਸੋਚ ਨਹੀਂ ਰਹਿ ਸਕਦੀ। ਪੁਰਾਣੇ ਸਮੇਂ ਵਿੱਚ ਲੋਕ ਮਨ ਦੀ ਪਵਿੱਤਰਤਾ ਲਈ ਇਸ਼ਨਾਨ, ਤੀਰਥ ਇਸ਼ਨਾਨ, ਸਮਾਧੀ ਲਾਉਣਾ,
ਮਨ ਨੂੰ ਮਾਇਆ ਨਾਲ ਰਜਾ ਲੈਣਾ, ਫਿਲਾਸਫੀ ਸਿਧਾਂਤ ਚਰਚਾ ਨੂੰ ਮੰਨਦੇ ਸਨ। ਜਪਜੀ ਸਾਹਿਬ ਦੀਆਂ ਪਹਿਲੀਆਂ 4 ਤੁਕਾਂ ਵਿੱਚ ਇਹਨਾਂ ਸਿਧਾਂਤਾਂ ਨੂੰ ਹੀ ਰੱਦ ਕੀਤਾ ਗਿਆ ਹੈ। ਜੇ ਸੋਚ ਸੱਸੇ ਨੂੰ ਹੋੜਾ ਔਰ ਚੱਚੇ ਨੂੰ ਸਿਆਰੀ ਹੈ ਦਾ ਅਰਥ ਸੋਚਣ ਨਾਲ ਹੁੰਦਾ, ਤਾਂ ਇਹਨਾਂ ਹੀ ਤੁਕਾਂ ਵਿੱਚ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਦੀ ਗੱਲ ਨਾ ਕੀਤੀ ਜਾਂਦੀ। ਸੋ ਦੋਹਾਂ ਦਾ ਅਰਥ ਸੋਚ ਵਿਚਾਰ ਨਾਲ ਹੀ ਸੰਬੰਧਤ ਹੈ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਹ ਵੀ ਜਿਹੜੀ ਹੈ ਮਨ ਦੀ ਪਵਿੱਤਰਤਾ ਸਰੀਰ ਇਸ਼ਨਾਨ ਨਹੀਂ ਹੋ ਸਕਦੀ। ਇਸ ਬਾਰੇ ਸੁਖਮਨੀ ਸਾਹਿਬ ਦੀਆਂ ਇਹ ਤੁਕਾਂ ਸਾਨੂੰ ਸੇਧ ਦਿੰਦੀਆਂ ਹਨ। ਇਹ ਤੀਜੀ ਅਸ਼ਟਪਦੀ ਸੁਖਮਨੀ ਸਾਹਿਬ ਦੀ ਹੈ। ਇਸ ਲਈ ਸਾਡੇ ਅਨੁਸਾਰ ਇਸ ਸੋਚ ਦੇ ਮੁਤਾਬਕ ਇੱਥੇ ਸੋਚ ਦਾ ਅਰਥ ਇਸ਼ਨਾਨ ਦੁਆਰਾ ਪਵਿੱਤਰਤਾ ਹੀ ਹੈ। ਗਿਆਨੀ ਹਰਬੰਸ ਸਿੰਘ ਜੀ ਨਿਰਣੈਕਾਰ ਦੇ ਲਿਖੇ ਅਨੁਸਾਰ ਸੁਚ ਦਾ ਅਰਥ ਪਹਿਲਾਂ ਗਿਆਨੀ ਸੰਤੋਖ ਸਿੰਘ ਕਰਤਾ ਸੂਰਯ ਪ੍ਰਕਾਸ਼ ਨੇ ਕੀਤਾ ਸੀ। ਭਾਈ ਵੀਰ ਸਿੰਘ ਜੀ ਨੇ ਵੀ ਇਹੀ ਅਰਥ ਇੰਜ ਕੀਤੇ ਹਨ। ਸੋਚ ਕਰਨ ਨਾਲ ਮਨ ਦੀ ਸੁਚ ਪ੍ਰਾਪਤ ਨਹੀਂ ਹੁੰਦੀ, ਚਾਹੇ ਲੱਖ ਵਾਰ ਸੋਚੋਂ ਪਿਆ ਕਰਾਂ। ਸੋ ਗੁਰਮਤਿ ਦਾ ਸਿਧਾਂਤ ਵੀ ਇਹ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਤੋਤੇ ਮਨ ਅੱਛਾ ਨਾ ਹੋਵੇ। ਤੋ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਜਿਹੜੀ ਪੌੜੀ ਹੈ ਇਹਦੇ ਅੰਦਰ ਇਹ ਗੱਲ ਕਲੀਅਰ ਕਰ ਦਿੱਤੀ, ਜਿਹੜੇ ਉਸ ਵੇਲੇ ਦੇ ਮੇਨ ਸਿਧਾਂਤ ਹਨ ਇਸ਼ਨਾਨ ਕਰਨ ਦੇ ਔਰ ਚੁੱਪ ਕਰਕੇ ਬੈਠਣ ਦੇ, ਔਰ ਫਿਰ ਮਾਲ ਖਜ਼ਾਨਾ ਭੁੱਖਾ ਰਹਿਣਾ, ਅੰਨ ਨਾ ਖਾਣਾ। ਤੋ ਇਹ ਸਾਰੇ ਜਿਹਨੇ 3 ਜਿਹੜੇ ਵੱਡੇ ਸਨ, ਵਰਤ ਰੱਖਣੇ ਲੰਮੇ ਚੌੜੇ, ਤੋ ਇਹ 3 ਜਿਹੜੇ ਮੋਟੇ ਸਿਧਾਂਤ ਸਨ ਉਹਨਾਂ ਦੇ ਅਧਿਆਤਮਵਾਦ ਦੇ, ਉਸ ਨੂੰ ਖੰਡਨ ਕਰਦਿਆਂ ਹੋਇਆਂ ਇਹ ਪੌੜੀ ਦੇ ਅੰਦਰ ਜਿਹੜੀ ਆ ਮਹਾਰਾਜ ਨੇ ਸੋਚੇ ਸੋਚ ਤੋਂ ਸ਼ੁਰੂ ਕਰਕੇ ਫਿਰ ਚੁੱਪੇ ਚੁੱਪ ਤੇ ਫਿਰ ਭੁੱਖਿਆ ਭੁੱਖ ਨਾ ਉਤਰੀ, ਜਬਨਾ ਪੁਰੀਆ ਪਾਰ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਤੋ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਕਲੀਅਰ ਕੀਤੀ ਹੈ। ਆਸ ਹੈ ਜਿਹੜੇ ਵੀਰਾਂ ਨੇ ਸਵਾਲ ਪੁੱਛਿਆ ਉਹਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ ਜੀ। ਹਾਂਜੀ, ਧੰਨਵਾਦ ਜੀ। ਇਸ ਪੌੜੀ ਦੇ ਅਰਥਾਂ ਬਾਰੇ, ਇਸ ਲਫ਼ਜ਼ ਦੇ ਅਰਥਾਂ ਬਾਰੇ ਸੰਗਤ ਚੋਂ ਕਿਸੇ ਦਾ ਕੋਈ ਕਮੈਂਟ ਹੋਵੇ ਜਾਂ ਕੋਈ ਕੁਐਸਚਨ ਕਲੈਰੀਫਿਕੇਸ਼ਨ ਚਾਹੀਦੀ ਹੋਵੇ ਤਾਂ ਪਲੀਜ਼ ਪਹਿਲਾਂ ਆਪ ਜੀ ਹੈਂਡ ਰੇਜ਼ ਕਰਕੇ ਗੱਲ ਕਰ ਲਓ, ਉਸ ਤੋਂ ਬਾਅਦ ਅਸੀਂ ਫਿਰ ਅਗਲੇ ਸਵਾਲ ਵੱਲ ਚੱਲਦੇ ਹਾਂ। ਤਾਂ ਸੁਚ ਦੇ ਅਰਥ ਜਿਹੜੇ ਹਨ ਉਹ ਦਰਪਣ ਦੇ ਵਿੱਚ ਜੋ ਕੀਤੇ ਗਏ ਹਨ, ਸੋਚਿਆ ਸੋਚ ਨਾ ਹੋਵੇ ਦੇ, ਉਹ ਸੋਚ ਦੇ ਅਰਥ ਜਿਹੜੇ ਹਨ ਸੁਚਮ ਵਾਲੇ ਹਨ, ਸਰੀਰਕ ਪਵਿੱਤਰਤਾ, ਜਿਹਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। तो यही अर्थ ਹਨ, ना कि सोच विचार वाले। सो इस बारे अगर संगत जो किसी का कोई कमेंट होवे तो प्लीज अपना हैंड रेज कर सकते हैं। तो कोई है नहीं है कमेंट किसी का। तो अगला सवाल एक होर है जी, कि सज्जन वालों ये स्टेटमेंट मिली है, वो लिखते हैं जी कि मेरे दोस्त मैनू हर वेले कहते रहते हैं कि तू फलाने संतां कोलों नाम ले लै, पर मैं इस गल ते विश्वास नहीं करता। मेरे दोस्त संतां दे पैरी हथ लाते ने, मत्था टेकते ने, मैनू तो वह भी काम ठीक नहीं लगता। वो कहते हैं मेरी सोच तो यह है कि भाई वाहिगुरू नाम तो बिना होर कोई नाम नहीं है, तो मैनू किसी संत कोलों नाम लैन की की जरूरत है। आप जी इस बारे अपने विचार दसो जी। वीर जी, ये भी कामन जड़ा है एक क्वेश्चन है कि ਜਿਹੜੇ ਵੀ ਡੇਰੇ ਵਿੱਚ ਜਾਂਦੇ ਹਨ ਉਹਨਾਂ ਦਾ ਨਾਮ ਦੇ ਬਾਰੇ ਪਰਸੈਪਸ਼ਨ ਜਿਹੜਾ ਹੈ ਉਹ ਇਹੀ ਹੈ ਜੋ ਉਸ ਵੀਰ ਨੇ ਲਿਖਿਆ ਹੈ। ਔਰ ਜਿਹੜੇ ਸੰਤਾਂ ਦੇ ਡੇਰੇ ਜਾਂਦੇ ਹਨ ਉਹ ਸੰਤਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਉਹਨਾਂ ਕੋਲੋਂ ਜਿਹੜਾ ਹੈ ਉਹ ਸੀਤ ਪ੍ਰਸ਼ਾਦ, ਜੂਠਾ ਪ੍ਰਸ਼ਾਦ ਖਾ ਕੇ ਉਹ ਸਮਝਦੇ ਹਨ ਕਿ ਕੰਨਾ ਮੰਨਾ ਗੁਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਇਹ ਸੰਤ ਜਿਵੇਂ ਨਾਮ ਦਿੰਦੇ ਹਨ, ਉਹ ਕਈ ਡੇਰੇ ਹਨ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਡੇਰਿਆਂ ਦਾ, ਲੇਕਿਨ ਉੱਥੇ ਇਹ ਭਾਣਾ ਜਿਹੜਾ ਵਾਪਰਦਾ ਹੈ। ਸੋ ਆਪ ਜੀ ਵਡਭਾਗੀ ਹੋ ਜੋ ਗੁਰਮਤਿ ਤੋਂ ਜਾਣੂ ਹੋ। ਜਿਸ ਵੀਰ ਜੀ ਨੇ ਸਵਾਲ ਭੇਜਿਆ ਹੈ, ਗੁਰਸਿੱਖ ਜਦੋਂ ਅੰਮ੍ਰਿਤ ਛਕਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 5 ਪਿਆਰਿਆਂ ਦੇ ਸਾਹਮਣੇ ਆਪਣਾ ਸੀਸ ਆਪਣਾ ਆਪ ਅਰਪਣ ਕਰਦਾ ਹੈ। ਤੋਂ 5 ਪਿਆਰੇ ਅੰਮ੍ਰਿਤ ਛਕਾਉਣ ਸਮੇਂ ਵਾਹਿਗੁਰੂ ਗੁਰੂ ਮੰਤਰ ਦ੍ਰਿੜ ਕਰਾਉਂਦੇ ਹਨ ਤੇ ਸਿੱਖ ਜੀਵਨ ਜਾਚ ਗੁਰਮਤਿ ਦੀ ਜਾਣਕਾਰੀ ਦਿੰਦੇ ਹਨ।
ਇਸ ਕਿਰਿਆ ਨੂੰ ਨਾਮ ਲੈਣਾ ਕਹਿੰਦੇ ਹਨ। ਇਹੀ ਵਿਚਾਰ ਜਿਹੜੇ ਹਨ ਸਿੱਖ ਰਹਿਤ ਦੇ ਅੰਦਰ ਵੀ ਦਰਜ ਹਨ। ਗੁਰਸਿੱਖੀ ਵਿੱਚ ਅੰਮ੍ਰਿਤ ਛਕਣਾ ਹੀ ਗੁਰੂ ਦੀਖਿਆ ਲੈਣੀ ਹੈ। ਇਸ ਤੋਂ ਬਿਨਾਂ ਕਿਸੇ ਸੰਤ ਸਾਧ ਦੇ ਡੇਰੇ ਵਿੱਚ ਜਾ ਕੇ ਨਾਮ ਦੀ ਜਾਚਨਾ ਕਰਨੀ, ਕੰਨਾਂ ਵਿੱਚ ਘੁਰ ਕਰਵਾਉਣਾ ਗੁਰਮਤਿ ਤੋਂ ਉਲਟ ਕਰਮ ਹੈ। ਕਿਸੇ ਸਾਧ ਸੰਤ ਨੂੰ ਸਿੱਖੀ ਅਸੂਲਾਂ ਅਨੁਸਾਰ ਨਾਮ ਦੇਣ ਦੀ ਕੋਈ ਆਗਿਆ ਨਹੀਂ ਹੈ। ਉਹ ਇਕੱਲਾ ਪੰਜਾਂ ਪਿਆਰਿਆਂ ਦੀ ਹੀ ਬਰਾਬਰੀ ਨਹੀਂ ਕਰ ਸਕਦਾ। ਔਰ ਸਿੱਖੀ ਵਿੱਚ ਵੀ ਪੰਜਾਂ ਪਿਆਰਿਆਂ ਤੋਂ ਇਲਾਵਾ ਕੋਈ ਵੀ ਕਿੰਨੇ ਵੀ ਅੱਛੇ ਉੱਚੇ ਜੀਵਨ ਵਾਲਾ ਹੋਵੇ, ਕਿੰਨੀ ਕੋਈ ਉਸ ਦੀ ਜਿਹੜੀ ਹੈ ਉਹ ਮਹਾਰਤ ਹੋਵੇ, ਉਹ ਆਪਣਾ ਰੁਤਬਾ ਰੱਖਦਾ ਹੋਵੇ, ਪਰ ਉਹਨੂੰ ਨਾਮ ਦੇਣ ਦੀ ਜਿਹੜੀ ਹੈ ਉਹ ਆਗਿਆ ਨਹੀਂ ਹੈ। ਕੇਵਲ ਪੰਜ ਪਿਆਰੇ ਹੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਜਿਸ ਵੇਲੇ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਹੀ ਇਸ ਨਾਮ ਦੀ ਦਾਤ ਜਿਹੜੀ ਹੈ ਉਹ ਦੇ ਸਕਦੇ ਹਨ। ਗੁਰਮਤਿ ਦਾ ਨਾਮ ਪ੍ਰਗਟ ਹੈ, ਗੁਪਤ ਨਹੀਂ। ਮਾਰੀ ਨੇ ਬਾਣੀ 'ਚ ਫਰਮਾਇਆ ਹੈ ਕਿ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਤੋ ਜੋ ਗੁਰੂ ਨਾਨਕ ਦਾ ਮਤ ਹੈ ਉਹ ਕੰਨਾਂ ਵਿੱਚ ਕੁਰਕੁਰ ਕਰਨ ਦਾ ਨਹੀਂ ਹੈ। ਉਹ ਸਾਫ਼ ਹੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਖ ਸੁਨਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਤੋ ਗੁਰੂ ਦੀ ਸ਼ਰਨ ਪੈ ਕਰਕੇ ਹੀ ਗੁਰੂ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਔਰ ਜਿਵੇਂ ਹੁਣ ਸਿਸਟਮ ਹੈ, ਗੁਰੂ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਪੰਜ ਪਿਆਰਿਆਂ ਨੂੰ ਸਾਂਝੇ ਤੌਰ ਦੇ ਉੱਪਰ ਪੰਥ ਔਰ ਗ੍ਰੰਥ ਦਾ ਸਿਧਾਂਤ ਦਿੱਤਾ ਹੈ। आज्ञा ਜਿਹੜੀ ਆਤਮਾ ਗ੍ਰੰਥ में और शरीर पंथ में, तो उस अनुसार पंज प्यारिਆਂ ਨੂੰ ਹੀ ਨਾਮ ਦੇਣ ਦਾ ਇਸ ਵਕਤ ਜਿਹੜਾ ਹੈ ਹੱਕ ਹੈ। ਜਿਵੇਂ ਕਈ ਡੇਰੇ ਵਿੱਚ ਜਾਣ ਵਾਲੇ ਕਹਿੰਦੇ ਹਨ ਕਿ ਸਾਨੂੰ ਤਾਂ ਸਾਡੇ ਮਹਾਰਾਜ ਨੇ ਨਾਮ ਦਿੱਤਾ ਹੈ ਜੋ ਗੁਪਤ ਹੈ, ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਰੇ ਗੁਰਬਾਣੀ ਦੇ ਅੰਦਰ, ਬਾਕੀ ਗੁਰੂ ਸਾਹਿਬ ਨੇ ਵੀ, ਭਗਤਾਂ ਨੇ ਵੀ, ਹੋਰ ਜਿਹੜੇ ਗੁਰਸਿੱਖ ਹਨ, ਭੱਟ ਹਨ, ਇਹਨਾਂ ਸਾਰਿਆਂ ਨੇ ਖੋਲ ਕੇ ਗੁਰਬਾਣੀ ਦੇ ਅੰਦਰ ਨਾਮ ਦੀ ਵਿਆਖਿਆ ਕੀਤੀ ਹੈ। ਤੋ ਇਸ ਕਰਕੇ ਬਾਣੀ ਤੇ ਦੇਖੋ, ਬਾਣੀ ਨੇ ਕਿੰਨਾ ਸਪਸ਼ਟ ਲਿਖਿਆ ਹੈ ਕਿ ਨਾਨਕ ਬੋਲੇ ਗੁਰਬਾਣੀ, ਗੁਰਬਾਣੀ ਹਰ ਨਾਮ ਸਮਾਇਆ। ਤੇ ਗੁਰਬਾਣੀ ਦੇ ਵਿੱਚ ਹੀ ਨਾਮ ਜਿਹੜਾ ਹੈ ਸਮਾਇਆ ਹੈ। ਜਿਵੇਂ ਜੈਸੇ ਜਲ ਮੇ, ਜਿਵੇਂ ਹੈ ਕਿ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕਿਹਾ ਹੈ ਕਿ ਸਾਰੇ ਜਿਵੇਂ ਦੁੱਧ ਦੇ ਅੰਦਰ ਮੱਖਣ ਹੈ, ਇਸ ਤਰ੍ਹਾਂ ਹੀ ਸਾਰੀ ਬਾਣੀ ਦੇ ਅੰਦਰ ਜਿਹੜਾ ਹੈ ਉਹ ਪਰਮਾਤਮਾ ਦਾ ਜਿਹੜਾ ਹੈ ਉਹ ਨਾਮ ਹੈ। ਤੋ ਉਸ ਨੂੰ ਆਪਾਂ ਬਾਣੀ ਪੜਾਂਗੇ ਤੇ ਬਾਣੀ ਨਾਲ ਹੀ ਜੁੜ ਕਰਕੇ ਸਾਨੂੰ ਉਸ ਨਾਮ ਦੀ ਗੁਣ ਰੂਪੀ ਨਾਮ ਜੋ ਹੈ ਉਹ ਸਾਨੂੰ ਪ੍ਰਾਪਤ ਹੋਏਗਾ ਤਾਂ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤੇ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੈ। ਤੋ ਗੁਰਸਿੱਖੀ ਵਿੱਚ ਐਸੀ ਕੋਈ ਗੱਲ ਨਹੀਂ। ਗੁਰਸਿੱਖ ਨੇ ਆਪ ਨਾਮ ਜਪਣਾ ਹੈ ਤੇ ਹੋਰਨਾਂ ਨੂੰ ਵੀ ਇਸ ਮਾਰਗ ਤੇ ਲਾਉਣਾ ਹੈ। ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾ। ਜਪਜੀ ਸਾਹਿਬ ਦੇ ਆਰੰਭ ਵਿੱਚ ਅੰਤ ਵਿੱਚ ਜੋ ਸ਼ਲੋਕ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੋ ਉਹ ਆਪਣੇ ਹੋਰ ਸੰਗੀ ਸਾਥੀ ਸਗਲ ਤਰਾਈ ਵਾਲੀ ਜਿਹੜੀ ਗੱਲ ਹੈ ਉਹ ਸਿੱਖੀ ਦੇ ਵਿੱਚ ਪ੍ਰਵਾਨ ਹੈ। ਤੋ ਕੋਈ ਇਕੱਲਾ ਦੁਕੱਲਾ ਬੰਦਾ ਜਿਹੜਾ ਹੈ ਉਹ ਨਾਮ ਦੇਣ ਦੀ ਸਮਰੱਥਾ ਨਹੀਂ ਰੱਖਦਾ, ਜਿਵੇਂ ਉੱਪਰ ਵੀ ਆਪ ਜੀ ਨਾਲ ਵਿਚਾਰ ਸਾਂਝਾ ਕੀਤਾ ਹੈ। ਪਰਮਾਤਮਾ ਦਾ ਕੋਈ ਖਾਸ ਨਾਮ ਨਹੀਂ ਹੈ। ਸਭ ਨਾਮ ਸਫਾਤੀ ਭਾਵ ਸਿਫਤਾਂ ਕਰਨ ਵਾਲੇ ਹਨ। ਜੇ ਕਿਸੇ ਤੇ ਮਹਾਰਾਜ ਦੀ ਕਿਰਪਾ ਹੋ ਗਈ ਤੇ ਉਹਨਾਂ ਕਹਤਾ ਕਿ ਪਰਮਾਤਮਾ ਦਾ ਕਿਰਪਾਲੂ ਹੈ। ਜੇ ਦਇਆ ਹੋ ਗਈ ਤੇ ਕਿਹਾ ਦਿਆਲੂ ਹੈ। ਜੇ ਕਿਸੇ ਨੂੰ ਕੋਈ ਪੁੱਤਰ ਧੀ ਦੀ ਦਾਤ ਮਿਲ ਗਈ ਤਾਂ ਉਹਨਾਂ ਕਿਹਾ ਦੂਧ ਪੂਤ ਕੇ ਦਵਈਆ, ਕਿਸੇ ਦਾ ਰੋਗ ਠੀਕ ਹੋ ਗਿਆ, ਰੋਗ ਸੋਕ ਕੇ ਮਿਟਾਈਆ। तो इस तरह परमात्मा का कोई एक नाम नहीं है, कोई पर्सनल नाम नहीं है। कृतम नाम कथे तेरा जेबा, सत नाम तेरा परापुरबला, कि तू सच है, तू हमेशा ही सच रहेगा। तो ये तेरा जड़ा है ओरिजिनली जड़ा तेरा नाम है, जड़ा एक ओंकार सत नाम के विच भी गुर मंत्र भी शुरू किया है। तो वाहिगुरु गुरु साहब ने सिखा नूं वाहिगुरु नाम जपन का आदेश दिता है पंज प्यारे दे राही, ताकि इकसारता रहे। नाम जपना केवल तोता रटन या मैकेनिकल रेपिटेशन नहीं है। नाम जपन का भाव है अकाल पुरख की भै भावनी विच निर्मल भाव विच अपना जीवन बसर करना, उसकी याद नूं अपने हिरदे विचों कदे भी ना विसरन देना। नाम जपन का भाव है गुरु के हुक्मां नूं समझना, उन्हां अनुसारी होके
ਜੀਵਨ ਬਤੀਤ ਕਰਨਾ। ਜੋ ਇਸ ਮਾਰਗ ਤੇ ਚੱਲਦੇ ਹਨ ਉਹ ਧੰਤਾ ਦੇ ਯੋਗ ਹਨ। ਮੈਂ ਇੱਥੇ ਵੀ ਬੇਨਤੀ ਕਰਦਾ ਕਿ ਪਰਮਾਤਮਾ ਕੋਈ ਪਰਸਨ ਨਹੀਂ ਹੈ, ਪਰਮਾਤਮਾ ਇੱਕ ਗੁਣਾਂ ਦਾ ਸਮੂਹ ਹੈ, ਔਰ ਉਹ ਗੁਣਾਂ ਦੇ ਸਮੂਹ ਜਿਹੜੇ ਹਨ ਉਹ ਅਸੀਂ ਉਸ ਅਨੁਸਾਰ ਆਪਣਾ ਜੀਵਨ ਉਹ ਗੁਣ ਆਪਣੇ ਅੰਦਰ ਧਾਰਨ ਕਰਨੇ ਹਨ। ਕਬੀਰ ਸਾਹਿਬ ਨੇ ਕਿਹਾ ਕਿ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਤੋ ਹਰੀ ਦੇ ਸਾਰੇ ਗੁਣ ਸਾਡੇ ਅੰਦਰ ਹੋਣੇ ਚਾਹੀਦੇ ਨੇ, ਤਾਂ ਹੀ ਸਾਡਾ ਹਰੀ ਦੇ ਨਾਲ ਮਿਲਾਪ ਹੋਏਗਾ। ਤੋ ਉਹਨਾਂ ਗੁਣਾਂ ਦੇ ਉੱਪਰ ਹੀ ਅਸੀਂ ਆਪਣੇ ਜੀਵਨ ਪਰਯੰਤ ਕੰਟੈਂਪਲੇਟ ਕਰਨਾ ਹੈ, ਉਹਦੇ ਨਾਲ ਐਨਾਲਿਸਿਸ ਕਰਨਾ ਹੈ ਕਿ ਮਾਧੋ ਹਮ ਐਸੇ ਤੂੰ ਐਸਾ, ਕਿ ਵਾਹਿਗੁਰੂ ਤੇਰੇ ਅੰਦਰ ਤੇ ਇਹ ਗੁਣ ਹਨ, ਮੇਰੇ ਅੰਦਰ ਇਹ ਅਵਗੁਣ ਹਨ। ਤੋ ਅਵਗੁਣ ਛੋੜ ਗੁਨਾਹ ਕੋ ਧਾਵੋ, ਕਿਉਂਕਿ ਕਰ ਅਵਗੁਣ ਪਛਤਾ ਹੀ ਜਿਓ। ਤੋ ਅਵਗੁਣ ਜਿਹੜੇ ਹਨ ਉਹਨਾਂ ਨੂੰ ਛੱਡ ਕੇ ਗੁਨਾਹ ਵਾਲੇ ਪਾਸੇ ਅਸੀਂ ਜਾਣਾ ਹੈ, ਦੌੜ ਕੇ ਜਾਣਾ ਹੈ। ਜੋ ਇਸ ਮਾਰਗ ਤੇ ਚੱਲਦੇ ਹਨ ਉਹ ਧੰਤਾ ਦੇ ਯੋਗ ਹਨ। ਅਜਿਹੇ ਵਿਅਕਤੀ ਦਾ ਸਤਿਕਾਰ ਕਰਨਾ ਹਰ ਜਗਿਆਸੂ ਦਾ ਫਰਜ਼ ਹੈ, ਹਰ ਵਿਅਕਤੀ ਦਾ ਫਰਜ਼ ਹੈ। ਪਰ ਅੱਜ ਕੱਲ੍ਹ ਕਈ ਵਿਖਾਵੇ ਦੇ ਮਹਾਪੁਰਸ਼ ਬਣੇ ਹੋਏ ਹਨ ਜਿਨ੍ਹਾਂ ਅੰਦਰ ਨਾਮ ਦੀ ਕਣੀ ਵਾਲੀ ਕੋਈ ਗੱਲ ਨਹੀਂ ਹੈ। ਅਜੇ ਭੇਖਧਾਰੀਆਂ ਨੂੰ ਗੁਰਬਾਣੀ ਵਿੱਚ ਬਨਾਰਸ ਕੇ ਠੱਗ ਗਿਆ ਹੈ। ਗਾਇ ਸਾਢੇ ਤੈ ਤੈ ਤੋਤੀਆਂ ਤੇਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ, ਓਏ ਹਰ ਕੇ ਸੰਤਨਾ ਆਖੀਆਂ ਬਨਾਰਸ ਕੇ ਠੱਗ। ਤੇ ਉਹਨੂੰ ਬਨਾਰਸ ਕੇ ਠੱਗ ਕਿਹਾ ਕਿ ਉਹ ਠੱਗ ਰਹੇ ਹਨ ਆਪਣੇ ਭੇਖ ਦਵਾਇਆ। ਭੇਖ ਦਿਖਾਇਓ ਜਗਤ ਕੋ ਲੋਗੋਂ ਕੋ ਬਸ ਕੀ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੈਂ ਲੀਨ। ਉਹਨਾਂ ਬਾਰੇ ਗੁਰਬਾਣੀ ਇਹ ਸਾਨੂੰ ਸੇਧ ਦਿੰਦੀ ਹੈ। ਤੋ ਜਿੱਥੇ ਤੱਕ ਪੈਰੀ ਹੱਥ ਲਾਉਣ ਜਾਂ ਮੱਥਾ ਟੇਕਣ ਦਾ ਸਵਾਲ ਹੈ, ਉਸ ਬਾਰੇ ਬੇਨਤੀ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਇਸ ਵਿਧਾਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸਗੋਂ ਹਰ ਗੁਰਸਿੱਖ ਲਈ ਇੱਕ ਦੂਜੇ ਨੂੰ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦਾ ਹੁਕਮ ਕੀਤਾ ਗਿਆ ਹੈ। ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦਾ ਹੁਕਮ ਹੈ। ਇਸ ਨਾਲ ਕਿਸੇ ਨੂੰ ਹਉਮੈ ਨਹੀਂ ਆਉਂਦੀ ਤੇ ਦੋਵੇਂ ਫਤਿਹ ਬੁਲਾਉਣ ਵਾਲੇ ਵੱਲੋਂ ਅਕਾਲ ਪੁਰਖ ਵਾਹਿਗੁਰੂ ਨਾਲ ਉਹ ਦੋਨੋਂ ਜੁੜ ਜਾਂਦੇ ਹਨ, ਜਿਹੜਾ ਬੁਲਾ ਰਿਹਾ ਹੈ ਔਰ ਜਿਹੜਾ ਅੱਗੋਂ ਜਵਾਬ ਦੇ ਰਿਹਾ ਹੈ। ਤੋ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਹੋਏ ਐਸੇ ਵਿਅਕਤੀ ਜਿਹੜੇ ਹਨ ਉਹ ਫਿਰ ਦੇਹਧਾਰੀ ਗੁਰੂਆਂ ਦੀਆਂ ਪੀਰਾਂ ਦੀਆਂ ਗੱਦੀਆਂ ਨੂੰ ਜਿਹੜੇ ਹਨ ਉਹ ਬੜਾਵਾ ਨਹੀਂ ਦਿੰਦੇ। ਸਿੱਖ ਧਰਮ ਵਿੱਚ ਮੱਥਾ ਟੇਕਣ ਦਾ ਸਤਿਕਾਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰਾਖਵਾਂ ਰੱਖਿਆ ਗਿਆ ਹੈ। ਕਿਸੇ ਵੀ ਮਨੋਕਲਪਤ, ਕਿਸੇ ਵੀ ਪੇਂਟਰ ਦੁਆਰਾ ਬਣਾਈ ਗਈ ਮਸਨੂਈ ਫੇਕ ਜਿਹੜੀ ਫੋਟੋ ਹੈ ਉਹਦੇ ਥੱਲੇ ਕਿਸੇ ਗੁਰੂ ਸਾਹਿਬਾਨ ਦਾ ਨਾਮ ਲਿਖ ਦੇਣ ਨਾਲ ਉਹ ਗੁਰੂ ਸਾਹਿਬ ਦੀ ਫੋਟੋ ਨਹੀਂ ਹੋ ਜਾਂਦੀ। ਤੇ ਜੇਕਰ ਗੁਰੂ ਸਾਹਿਬਾਨ ਦੀ ਕੋਈ ਫੋਟੋ ਹੋਵੇ ਵੀ ਸਹੀ ਕਿਤੋਂ ਅਗਲੇ ਸਮਿਆਂ ਵਿੱਚ ਨਿਕਲ ਵੀ ਆਵੇ, ਤਾਂ ਸਾਡਾ ਜਿਹੜਾ ਸਿਧਾਂਤ ਹੈ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੇ ਜਗ ਪੁਰਾਣਾ, ਕਿ ਸਾਡਾ ਜਿਹੜਾ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੇਰਾ ਸ਼ਬਦ ਗੁਰੂ ਸੁਰਤ ਧਨ ਚੇਲਾ, ਕਿ ਅਸੀਂ ਸ਼ਬਦ ਦੇ ਪਿੱਛੇ ਆਪਣੀ ਸੁਰਤ ਨੂੰ ਲਗਾਉਣਾ ਹੈ ਤੇ ਉਸ ਨਾਲ ਹੀ ਅਸੀਂ ਜਿਹੜਾ ਹੈ ਪ੍ਰਮਾਤਮਾ ਦੇ ਨਾਲ ਅਸੀਂ ਆਪਣੇ ਸੁਰਤ ਜੋੜਨੀ ਹੈ ਔਰ ਜਿਹੜੇ ਗੁਣ ਹਨ ਗੁਰਬਾਣੀ ਰਾਹੀਂ ਅਸੀਂ ਆਪਣੇ ਮਨ ਵਿੱਚ ਧਾਰਨ ਕਰਨੇ ਹਨ। ਤੋ ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਮੱਥਾ ਟੇਕਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਜਿਹੜੇ ਗੁਰਸਿੱਖ ਨਾਮ ਮਾਰਗ ਤੇ ਚੱਲਦੇ ਹਨ ਉਹਨਾਂ ਨਾਲ ਆਤਮਿਕ ਜੀਵਨ ਦੀਆਂ ਉਚਾਈਆਂ ਬਾਰੇ ਗੁਰਮਤਿ ਵਿਚਾਰਾਂ ਕਰਕੇ ਕਿਸੇ ਇੱਕ ਦੂਜੇ ਕੋਲੋਂ ਸੇਧ ਲੈਣੀ ਜਿਹੜੀ ਹੈ ਉਹ ਮਨਾ ਨਹੀਂ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਖੋਜੀ ਉਪਜੈ ਬਾਦੀ ਬਿਨਸੇ ਹੋਂ ਬਲ ਬਲ ਗੁਰ ਕਰਤਾਰਾ, ਕਿ ਜਿਹੜਾ ਤੇ ਅਸਲੀ ਕੋਈ ਸਮਝਣ ਵਾਸਤੇ ਵਿਚਾਰ ਕਰਦਾ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਸਿੱਧਾਂ ਨਾਲ, ਜੋਗੀਆਂ ਨਾਲ, ਪੰਡਤਾਂ ਨਾਲ, ਮੌਲਾਨਿਆਂ ਨਾਲ, ਰਾਜਿਆਂ ਨਾਲ, ਸਾਰਿਆਂ ਨਾਲ ਡਾਇਲਾਗ ਕੀਤਾ ਜਾ ਕਰਕੇ। ਇਸ ਤੋਂ ਪਹਿਲਾਂ ਡਾਇਲਾਗ ਨਹੀਂ ਸਨ ਹੁੰਦੇ, ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਡਾਇਲਾਗ ਕੀਤੇ ਕਿ ਮੈਂ ਆਪਣਾ ਵਿਚਾਰ ਜਿਹੜਾ ਮਤ ਹੈ ਉਹ ਵਿਚਾਰਾਂ ਰਾਹੀਂ ਦੂਸਰੇ ਦੇ ਨਾਲ ਸ਼ੇਅਰ ਕਰਾਂ, ਤੇ ਦੂਸਰਿਆਂ ਨੂੰ ਵੀ ਅਪਰਚੁਨਿਟੀ ਦਿੱਤੀ ਕਿ ਤੁਸੀਂ ਵੀ ਆਪਣਾ ਵਿਚਾਰ ਜਿਹੜਾ ਹੈ ਉਹ ਦੱਸੋ, ਤਾਂ ਕਿ ਇਹ ਆਪਾਂ ਪਤਾ ਲੱਗ ਸਕੇ ਵੀ ਕਿਹੜਾ ਵਿਚਾਰ ਕਿਤੇ ਤੱਕ ਪਰਪੱਕ ਹੈ। ਤੋ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਜੀਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ, ਭਾਈ ਗੁਰਦਾਸ ਜੀ ਨੇ ਵੀ ਅੰਕਿਤ ਕੀਤਾ ਹੈ। ਤੋ ਵਿਚਾਰ ਕਰਨਾ, ਡਿਸਕਸ਼ਨ ਕਰਨੀ ਜਿਹੜੀ ਹੈ, ਖੋਜ ਕਰਨੀ, ਇਹ ਸਿੱਖੀ ਦੇ ਵਿੱਚ ਜਿਹੜੀ ਹੈ ਉਹ ਅਲਾਉਡ ਹੈ। ਲੇਕਿਨ ਕੇਵਲ ਮੱਥਾ ਟੇਕਣਾ, ਆਪਣੇ ਤੋਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਠੀਕ ਹੈ, ਲੇਕਿਨ ਨਾਲ ਫਤਿਹ ਬੁਲਾਣੀ ਬਹੁਤ ਜ਼ਰੂਰੀ ਹੈ। ਇਹ ਇਹਨੇ ਕੋ ਜੋ ਬੇਨਤੀ ਆਪ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਵੀਰ ਰਜਿੰਦਰ ਸਿੰਘ ਜੀ ਦਾ। तो एक हैंड रेज्ड है सुखदेव कौर जी का, प्लीज अनम्यूट करके अपनी गल शेयर करो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵੀਰ ਜੀ ਕੀ ਜੀ। ਫਤਿਹ। ਤੇਜਿੰਦਰ ਸਿੰਘ ਵੀਰ ਜੀ, ਤੁਹਾਡੀ ਆਵਾਜ਼ ਇੰਨੀ ਥੋੜੀ ਹੈ ਕਿ ਮੈਨੂੰ ਤਾਂ ਸੁਣਦਾ ਨਹੀਂ, ਪਤਾ ਨਹੀਂ ਮੇਰੇ ਕੰਨਾਂ 'ਚ ਨੁਕਸ ਹੈ। ਪਲੀਜ਼ ਥੋੜਾ ਜਿਹਾ ਉੱਚੀ ਹੋ ਸਕਦੀ ਹੈ ਤਾਂ ਬਹੁਤ ਮਿਹਰਬਾਨੀ। ਮੈਂ ਨੇੜੇ ਆ ਗਿਆ ਜੀ, ਨੇੜੇ ਆ ਗਿਆ ਕੰਪਿਊਟਰ ਦੇ। ਹੁਣ ਠੀਕ ਹੈ? ਮੈਨੂੰ ਤਾਂ ਅਜੇ ਵੀ ਘੱਟ ਹੀ ਲੱਗਦੀ ਹੈ। ਅੱਜ ਵੈਸੇ ਥੋੜੀ ਵॉल्यूम लो हैगा, ਤੁਹਾਡਾ ਕੁਝ ਖਾਸ ਪ੍ਰੋਬਲਮ? ਮੈਂ ਵੀ ਬਿਲਕੁਲ ਫੁੱਲ ਵॉल्यूम ਤੇ ਕੰਪਿਊਟਰ ਕੀਤਾ ਸੀ ਤਾਂ ਜਾ ਕੇ ਆਵਾਜ਼ ਕਲੀਅਰ ਆ ਰਹੀ ਸੀ। ਪਰ ਫਿਰ ਵੀ ਅਜੇ ਥੋੜਾ, ਤੁਸੀਂ ਭੈਣ ਜੀ ਕੰਪਿਊਟਰ ਤੇ ਸੀ ਕਿ ਮੋਬਾਈਲ ਤੇ ਸੀ? ਮੈਂ ਕੰਪਿਊਟਰ ਤੇ ਆ ਜੀ। ਫਿਰ ਥੋੜਾ ਹੋ ਜਾ, ਤੁਸੀਂ ਵॉल्यूम ਮੈਕਸਿਮਮ ਤੇ ਕਰ ਦਿੰਦੇ ਮੇਰੇ ਤਾਂ ਜਾਂ ਕੀਤਾ ਸੀ? 100% ਆ ਜੀ, ਕੰਪਿਊਟਰ ਵੀ ਨਵਾਂ ਹੈ। ਅੱਛਾ, ਪਤਾ ਨਹੀਂ, ਵੈਸੇ ਮੈਂ ਤਾਂ 80-90% ਤੱਕ ਲੈ ਗਿਆ ਸੀ ਤੇ ਮੈਨੂੰ ਤਾਂ ਠੀਕ ਆ ਰਹੀ ਸੀ ਆਵਾਜ਼। ਨਹੀਂ, ਮੈਨੂੰ ਤਾਂ ਬਹੁਤ ਘੱਟ ਸੁਣਦੀ ਹੈ। ਚਲੋ, ਪਤਾ ਨਹੀਂ। ਕੁਝ ਵੀ ਸਮਝ ਆਇਆ ਜਾਂ ਕੁਝ ਸਮਝ ਨਹੀਂ ਆਇਆ ਆਪਨੇ? ਨਹੀਂ, ਸਮਝ ਤਾਂ ਆ ਗਈ ਪਰ ਕੋਲੇ, ਬਿਲਕੁਲ ਕੋਲੇ ਹੋ ਕੇ ਸੁਣਨਾ ਪੈਂਦਾ। ਕੋਈ ਚਲੋ ਸਵਾਲ ਹੈ ਕੋਈ ਤਾਂ ਨਹੀਂ, ਪੁੱਛੋ। ਦੇਖ ਲਾਂਗੇ ਜੇ ਕਿਸ ਐਂਡ ਤੇ ਪ੍ਰੋਬਲਮ ਹੈ, ਫਿਰ ਥੋੜਾ ਜਿਹਾ ਕੁਝ ਕਰ ਲਾਂਗੇ। ਕੁਛ- ਹਾਂਜੀ, ਡਾਕਟਰ ਸੁਰਿੰਦਰ ਸਿੰਘ ਨਹੀਂ ਜੀ। ਹੁੰਦੀ, ਅੱਜ ਹੀ ਪ੍ਰੋਬਲਮ ਆ, ਅੱਗੇ ਤਾਂ ਨਹੀਂ ਹੋਈ ਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਤੇਜਿੰਦਰ ਸਿੰਘ ਜੀ, ਤੁਸੀਂ ਇਹ ਜਿਹੜਾ ਲਾਸਟ ਤੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਦੁਨੀਆ ਨਾਲ ਵਾਰਤਾਲਾਪ ਕੀਤਾ, ਜੋਗੀਆਂ ਨਾਲ, ਸਿੱਧਾਂ ਨਾਲ, ਜਿੱਥੇ ਪੰਡਤਾਂ ਨਾਲ, ਆਪਣਾ ਮੰਦਰਾਂ 'ਚ ਜਾ ਕੇ ਦੂਜਿਆਂ ਨਾਲ। ਤੁਹਾਡੇ ਕੋਲ ਕੋਈ ਐਸੀ ਐਗਜ਼ਾਮਪਲ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰ ਬਦਲੇ ਹੋਣ ਲੋਕਾਂ ਦੀ ਗੱਲ ਸੁਣ ਕੇ? ਨਹੀਂ, ਮੈਂ ਤਾਂ ਕਿਹਾ ਕਿ ਸ਼ਬਦ ਜੀਤੀ ਸਿੱਧ ਮੰਡਲੀ, ਸਿੱਧਾਂ ਨਾਲ, ਦੂਜਿਆਂ ਨਾਲ ਜਿੱਥੇ ਵੀ ਗਏ ਹਨ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਅੰਦਰ 3.5 ਕਰੋੜ ਜਿਹੜੇ ਪ੍ਰਾਣੀ ਹਨ ਉਹਨਾਂ ਨੂੰ ਗੁਰਦਿੱਖਿਆ ਦਿੱਤੀ ਹੈ, ਗੁਰਸਿੱਖੀ ਦੇ ਨਾਲ ਜੋੜਿਆ ਹੈ, ਏਕ ਓਂਕਾਰ ਦੇ ਨਾਲ ਜੋੜਿਆ ਹੈ। ਔਰ 30-35 ਹਜ਼ਾਰ ਕਿਲੋਮੀਟਰ ਦਾ ਸਫ਼ਰ ਜਿਹੜਾ ਹੈ ਉਹ ਕਿੰਨੇ ਹੀ ਦੇਸ਼ਾਂ ਦੇ ਅੰਦਰ ਜਾ ਕਰਕੇ ਉਹਨਾਂ ਨੇ ਕੀਤਾ ਹੈ। ਔਰ ਜਿੱਥੇ ਵੀ ਗਏ ਹਨ ਉੱਥੇ ਹੀ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਅਧਿਐਨ ਸੀਗਾ ਉਹ ਕਿਸੇ ਧਰਮ ਦੇ ਨਾਲ ਸੰਬੰਧਿਤ ਨਹੀਂ ਸੀ, ਲੇਕਿਨ ਉਹ ਜੋ ਪਰਮਾਤਮਾ ਦੇ ਨਾਲ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਅਨੁਭਵ ਪ੍ਰਾਪਤ ਹੋਇਆ, ਉਹ ਉਸ ਦੇ ਉੱਪਰ ਬੇਸ ਸੀਗਾ। ਤੇ ਉਸ ਨਾਲ ਜਿਹੜੀ ਮਾਨਤਾਵਾਂ ਪਹਿਲਾਂ ਦੂਜੇ ਧਰਮਾਂ ਨੇ ਬਣਾਈਆਂ ਹੋਈਆਂ ਸਨ, ਮਨੌਤਾਂ, ਉਹਨਾਂ ਨੂੰ ਉਹਨਾਂ ਨੇ ਜਿਹੜਾ ਹੈ ਉਹ ਲੋਕਾਂ ਨੂੰ ਸਮਝਾਇਆ ਕਿ ਇਹ ਠੀਕ ਨਹੀਂ ਹਨ, ਇਸ ਤਰੀਕੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਜਲ ਧਰਾਵਾਂ ਕਰਨੀਆਂ, ਪੁੱਠੇ ਲਟਕਣਾ, ਇਹ ਸਾਰੇ ਚੀਜ਼ ਕਰਨਾ, ਯੋਗ ਸਿੱਧ ਆਸਨ 84, ਇਹ ਸਾਰਿਆਂ ਵੀ ਜਿਹੜਾ ਕਿਹਾ ਕਿ ਇਹ ਪਰਮਾਤਮਾ ਪ੍ਰਾਪਤੀ ਦਾ ਸਾਧਨ ਨਹੀਂ ਹੈ। ਤੇ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤਾਂ ਸਿੱਧਾ ਸਿੱਧਾ ਆਪਣੇ ਮਨ ਨੂੰ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਕਿ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਉਧਰ ਲਾਣਾ, ਤੋਂ ਦੁਨਿਆਵੀ ਵਾਲੇ ਪਾਸਿਆਂ ਤੋਂ ਤੋੜ ਕੇ ਉਹਨੂੰ ਪਰਮਾਤਮਾ ਵਾਲੇ ਪਾਸੇ ਲਗਾਣਾ। ਤੇ ਕਈਆਂ ਨੇ ਬਹੁਤ, ਜਿਵੇਂ ਜੋਗੀ ਸਨ, ਉਹ ਬਿਲਕੁਲ ਹੀ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਜੋਗੀ ਗਿਆਨ ਵੀ ਹੁਣਿਆ, ਨਿਸ ਦਿਨ ਅੰਗ ਲਗਾਇਨ ਛਾਰਾ, ਸਿਰ ਛਾ ਬੈਠੇ ਪ੍ਰਤੀ ਕੌਣ ਜਗਤ ਕੋ ਪਾਰ ਉਤਾਰਾ, ਤੇ ਬਾਜ ਗੁਰੂ ਡੁੱਬਾ ਜਗ ਸਾਰਾ। ਤੋਂ ਇਹ ਐਨਾਲਿਸਿਸ ਗੁਰੂ ਸਾਹਿਬ ਦਾ ਸੀਗਾ ਤੇ ਇਸ ਦੇ ਨਾਲ ਆਲਮੋਸਟ ਸਾਰੇ ਹੀ ਜਿਹੜੇ ਹਨ ਉਹ ਪ੍ਰਾਣੀ ਜਿਹੜੇ ਹਨ ਉਹ ਉਹਨਾਂ ਨਾਲ ਸਹਿਮਤ ਹੋਏ ਹਨ। ਗੋਰਖਮਤੇ ਵੀ ਗਏ ਹਨ ਤੇ ਅਚਲ ਬਟਾਲੇ ਵੀ ਗਏ ਹਨ, ਜਿੱਥੇ ਮੰਦਿਰ ਸੀ। ਉਹ ਸਭ ਜਗ੍ਹਾ ਦੇ ਉੱਪਰ ਜਾ ਕਰਕੇ ਉਹਨਾਂ ਨੇ ਕੋਈ ਭੇਦ ਭਾਵ ਨਹੀਂ ਰੱਖਿਆ। ਰਾਜਾ ਕੋਲ ਵੀ ਗਏ ਹਨ, ਮੁਲਾਣਿਆਂ ਕੋਲ ਵੀ ਗਏ ਹਨ, ਗਰੀਬਾਂ ਕੋਲ ਵੀ ਗਏ ਹਨ, ਸਾਰਿਆਂ ਕੋਲ ਗਏ ਹਨ, ਲੇਕਿਨ ਆਪਣੀ ਜਿਹੜੀ ਗੱਲ ਹੈ ਉਹ ਉਹਨਾਂ ਨੇ ਸਾਰਿਆਂ ਨੂੰ ਸਮਝਾਈ। ਔਰ ਸਾਰਿਆਂ ਨੇ ਉਹਨਾਂ ਦੇ ਸਿੱਧ ਬੋਲਣ, ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੋਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਪਰਸੈਪਸ਼ਨ ਸੀਗਾ ਉਹਨੂੰ ਸਾਰਿਆਂ ਨੇ ਹੀ ਕਬੂਲ ਕੀਤਾ। ਠੀਕ ਹੈ ਜੀ। ਯਾ ਉਹ ਤਾਂ 100% ਕਲੀਅਰ ਸੀਗੇ ਆਪਣੇ ਆਪ ਦੇ ਵਿੱਚ, and he clarified everything. He was a very fast He thinker. never changed his own viewpoint. Yeah, no, he was a very that was based on truth. very clear on his thought. ਹਾਂਜੀ, ਉਹਨਾਂ ਦੇ ਵਿਚਾਰਾਂ ਦਾ ਆਧਾਰ ਏਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਸੀਗਾ ਜੀ, ਜਿਸ ਨੂੰ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਹੈ। ਲੇਕਿਨ ਇਹ ਜਿਹੜਾ ਏਕ ਓਂਕਾਰ ਵਾਲਾ ਪੂਰਾ ਕਨਸੈਪਟ ਹੈਗਾ ਗੁਰਪ੍ਰਸਾਦ ਤੱਕ, ਇਹ ਕਿਸੇ ਵੀ ਧਰਮ ਦੇ ਨਾਲ ਜਿਹੜਾ ਹੈ ਉਹ ਇਹਦੇ ਅੱਗੇ ਨਹੀਂ ਸਨ ਖਲੋ ਸਕਦੇ ਹੈਗੇ, ਕਿਉਂਕਿ ਇਹ ਕਨਸੈਪਟ ਜਿਹੜਾ ਹੈ ਇਹ ਨਿਰਾਲਾ ਸੀਗਾ, ਨਿਰੋਇਆ ਸੀਗਾ। ਤੋਂ ਇਸ ਦੇ ਆਸਰੇ ਹੀ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਪ੍ਰਚਾਰ ਜਿਹੜਾ ਹੈ ਕੀਤਾ ਹੈ। ਠੀਕ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਨਾਈ ਸੀ ਸੱਚ ਕੀ ਬੇਲਾ। ਸੱਚ ਕੀ ਬੇਲਾ। ਹਾਂਜੀ, ठीक है जी। एक दो हैंड्स और रेज्ड हैं जी। हाँ, सरदार रजिंदर सिंह जी अल्बामा। ਵਿਜੂ ਵਾਹਿ ਜੀ ਖਾਲਸਾ ਵਾਹਿ ਜੀ ਫਤਿਹ। ਵਾਹਿਗੁਰੂ ਜੀ ਕੀ ਜਦੋਂ ਫਤਿਹ ਜੀ। ਆਪਾਂ ਜਦੋਂ ਵੀ ਜੀ ਆਪਾਂ ਕਹਿੰਦੇ ਆ ਨਾ ਗੁਰੂ ਨਾਨਕ ਸਾਹਿਬ ਦਾ ਵਿਊ, ਗੁਰੂ ਨਾਨਕ ਸਾਹਿਬ ਦਾ ਵਿਊ ਵਾਸ ਵਾਹਿਗੁਰੂ's ਵਿਊ।
ਗੁਰੂ ਨਾਨਕ ਸਾਹਿਬ ਦਾ ਜਿਹੜੀ ਹੈ ਸੀ, ਜਿਹੜੀ ਸਾਰੀ ਉਹਨਾਂ ਦੀ foundation and everything was directly by Vaheguru himself. So he did not have a viewpoint of his own. His viewpoint was Vaheguru's viewpoint that he was disseminating amongst people. ਇੱਕ ਗੱਲ। ਦੂਜੀ ਗੱਲ ਹੈ, ਜਿਹੜਾ ਸੁਖਦੇਵ ਭੈਣ ਜੀ ਨੇ ਕਿਹਾ ਕਿ ਇਹਨਾਂ ਨੇ ਨਵਾਂ ਕੰਪਿਊਟਰ ਖਰੀਦਿਆ, ਮੈਨੂੰ ਬੇਨਤੀ ਹੈ ਉਹਨਾਂ ਨੂੰ ਪੁੱਛਣ ਵਾਸਤੇ ਕਿ ਰੀਬਿਲਡ ਖਰੀਦਿਆ ਕਿ ਬ੍ਰਾਂਡ ਨਿਊ ਖਰੀਦਿਆ, ਕੈਸ਼ ਦਿੱਤਾ ਹੈ ਕਿ ਕ੍ਰੈਡਿਟ ਕਾਰਡ ਦਿੱਤਾ ਹੈ ਕਿ ਚੈੱਕ ਦਿੱਤਾ ਹੈ? ਤੁਸੀਂ ਭਾਈ ਸਾਹਿਬ ਇਹਨਾਂ ਨੂੰ ਡਾਕਟਰ ਸਾਹਿਬ ਨਵਾਂ ਕੰਪਿਊਟਰ ਹੋਰ ਲੈ ਕੇ ਭੇਜ ਦਿਓ। ਤੁਸੀਂ ਉਹਦੀ ਬੈਲੈਂਸ ਸ਼ੀਟ ਬਣਾਉਣੀ ਹੈ। ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਬਿਲਕੁਲ ਠੀਕ ਹੈ। ਵਾਹਿਗੁਰੂ ਜੋ ਵਰਡ ਹੈਗਾ ਨਾ ਜੀ, ਉਹ ਜੋ ਏਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਹੈ, ਉਸ ਨੂੰ ਹੀ ਪਰਸੋਨੀਫਾਈ ਕਰਦਾ ਹੈ, ਉਸ ਨੂੰ ਹੀ ਕਲੈਰੀਫਾਈ ਕਰਦਾ ਹੈ। ਤੋ ਵਾਹਿਗੁਰੂ ਦਾ ਮਤਲਬ ਵੀ ਜਿਹੜਾ ਹੈ ਉਹ ਵੈਸੇ ਤਾਂ ਗੁਰੂ ਨਾਲ ਲਿਆ ਜਾਂਦਾ ਹੈ, ਲੇਕਿਨ ਗੁਰੂ ਔਰ ਭੇਦ ਨਹੀਂ, ਗੁਰਦੇਵ ਮੁਰਾਰ ਅਕਾਲ ਪੁਰਖ ਔਰ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਤੋ ਇਸ ਕਰਕੇ ਜੋ ਅਕਾਲ ਪੁਰਖ ਦੇ ਲਕਸ਼ਣ ਏਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਦਿੱਤੇ ਨੇ, ਜਾਂ ਜੋ ਜਿਹੜੀ ਬੇਮਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰਵਾਹ, ਉਹ ਬੇਮਤਾਜਾ ਬੇਪਰਵਾਹ ਵੀ ਵਾਹਿਗੁਰੂ ਹੀ ਹੈ। ਤੋ ਇਸ ਕਰਕੇ ਕੋਈ ਭੇਦ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਵਾਹਿਗੁਰੂ ਨਾਲ ਜਾ ਗਿਆ, ਜੋ ਭਾਈ ਗੁਰਦਾਸ ਜੀ ਨੇ ਕਿਹਾ ਕਿ ਸ਼ਬਦ ਜੀਤੀ ਸਿੱਧ ਮੰਡਲੀ, ਤੋ ਸ਼ਬਦ ਨਾਲ ਹੀ ਉਹਨਾਂ ਨੇ ਇਸ ਆਪਣੇ ਜਿਹੜਾ ਪ੍ਰਚਾਰ ਦੌਰਾ ਕੀਤਾ ਤੇ ਸਾਰਿਆਂ ਨੂੰ ਕਾਇਲ ਕੀਤਾ ਉਹਨਾਂ ਨੇ। ਹਾਂਜੀ ਸਾਹਿਬ ਕੁਲਵੰਤ ਸਿੰਘ ਜੀ। ਇਹ ਜਿਹੜਾ ਸਿਧਾਂਤ ਹੈ ਨਾ, ਕੇਵਲ ਗੁਰੂ ਨਾਨਕ ਸਾਹਿਬ ਤੇ ਨਹੀਂ ਲਾਗੂ ਹੁੰਦਾ, ਕਿ ਗੁਰੂ ਨਾਨਕ ਜੋਤ ਹੀ ਅੱਗੇ ਚੱਲਦੀ ਰਹੀ ਹੈ। ਸਾਰੇ ਗੁਰੂ ਸਾਹਿਬਾਨ ਦਾ ਇੱਕੋ ਹੀ ਸਿਧਾਂਤ ਰਿਹਾ, ਜੋ ਦੋਹਾ ਜੁਗਤ ਸਾਏ ਸ਼ਹਿ ਕਾਇਆ ਫਿਰ ਪਲਟੀਏ ਦੀ ਗੱਲ ਜਿਹੜੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਨਾਨਕ ਸਾਹਿਬ ਨੂੰ ਡਾਇਰੈਕਟ ਮਿਲਿਆ ਸੀ ਤੇ ਬਾਕੀਆਂ ਨੂੰ ਇਨਡਾਇਰੈਕਟ ਮਿਲਿਆ ਸੀ। ਜੋ ਗੁਰੂ ਨਾਨਕ ਸਾਹਿਬ ਦੇ ਕੋਲ ਸੀ, ਬਾਕੀ ਗੁਰੂ ਸਾਹਿਬ ਕੋਲੋਂ ਇੱਕੋ ਜੋਤ ਹੋਣ ਕਰਕੇ ਉਹ ਖਜ਼ਾਨਾ ਸਾਰਿਆਂ ਦਾ ਇੱਕੋ ਜਿਹਾ ਸੀ। ਕੇਵਲ ਗੁਰੂ ਨਾਨਕ ਸਾਹਿਬ ਸੀਮਤ ਨਹੀਂ ਰੱਖ ਸਕਦੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਬੋਲਿਆ ਤੇ ਬਾਕੀਆਂ ਨੇ ਨਹੀਂ ਬੋਲਿਆ, ਜਾਂ ਗੁਰੂ ਨਾਨਕ ਸਾਹਿਬ ਨੇ ਜਿੱਤ ਲਿਆ ਤੇ ਬਾਕੀਆਂ ਨੇ ਵਿਚਾਰ ਬਦਲ ਲਏ। ਇਹੋ ਜਿਹੀ ਕੋਈ ਕਹਾਣੀ ਮਿਲੇਗੀ ਨਹੀਂ ਤੁਹਾਨੂੰ ਗੁਰੂ ਕਾਲ ਦੇ ਵੇਲੇ ਜਿੱਥੇ ਸੱਚ ਛੱਡ ਕੇ ਤੇ ਕੂੜ ਦੀ ਗੱਲ ਕੀਤੀ ਗਈ ਹੋਵੇ। ਠੀਕ ਹੈ ਵੀਰ ਜੀ, ਲੇਕਿਨ ਜੋ ਗੁਰਬਾਣੀ, ਜੋ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ ਸੰਸਾਰ ਨੂੰ, ਉਸ ਨੂੰ ਹੀ ਅੱਗੇ ਉਹਨਾਂ ਨੇ ਜਦੋਂ ਗੁਰਗੱਦੀ ਦਾ ਅੱਗੇ ਟ੍ਰਾਂਸਫਰ ਕੀਤਾ ਤਾਂ ਤਿਤ ਮੈਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਤੋ ਗੁਰੂ ਅੰਗਦ ਦੇਵ ਜੀ ਨੂੰ ਸਾਰਾ ਖਜ਼ਾਨਾ ਜੋ ਵਿਚਾਰਧਾਰਾ ਸੀ, ਜਿਹਨੂੰ ਜੋਤ ਅਸੀਂ ਕਹਿੰਦੇ ਹਾਂ, ਉਹ ਅੱਗੇ ਉਹਨਾਂ ਨੂੰ ਟ੍ਰਾਂਸਫਰ ਕੀਤੀ ਤੇ ਫਿਰ ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਸਲੋਕ ਐਡ ਕਰਕੇ ਫਿਰ ਗੁਰੂ ਅਮਰਦਾਸ ਜੀ ਤੇ ਇਸ ਤਰ੍ਹਾਂ ਉਹ 9ਵੇਂ 10ਵੇਂ ਪਾਤਸ਼ਾਹ ਤੱਕ ਉਹ ਗੱਲ ਪਹੁੰਚੀ ਹੈ। ਤੋ ਇਹ ਅਸੀਂ ਬਿਲਕੁਲ ਨਹੀਂ ਕਹਿ ਸਕਦੇ, ਲੇਕਿਨ ਜਿਹੜੇ ਫਾਊਂਡਰ ਹਨ ਇਸ ਵਿਚਾਰਧਾਰਾ ਦੇ ਉਹ ਗੁਰੂ ਨਾਨਕ ਪਾਤਸ਼ਾਹ ਹਨ। ਹਾਂਜੀ ਸਾਹਿਬ ਕੁਲਵੰਤ ਸਿੰਘ ਜੀ। ਹਾਂਜੀ, ਮੇਰੇ ਖਿਆਲ ਨਾਲ ਡਾਕਟਰ ਸੁਰਿੰਦਰ ਸਿੰਘ ਜੀ ਦਾ ਜਿਹੜਾ ਸਵਾਲ ਸੀਗਾ ਨਾ, ਆਵਾਜ਼ ਆ ਰਹੀ ਜੀ ਮੇਰੀ? ਆ ਰਹੀ ਜੀ। ਉਹ ਸੀਗਾ ਕਿ ਜਿਸ ਤਰ੍ਹਾਂ ਕਹਿ ਰਹੇ ਨਾ ਕਿ ਸਾਰਿਆਂ ਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਕਿ ਗੁਰੂ ਸਾਹਿਬ ਵੀ ਕਿਸੇ ਕੋਲ ਲੈ ਕੇ ਚੇਂਜ ਹੋਏ ਜਾਂ ਕਿਸੇ ਕੋਲ ਪ੍ਰੈਸ ਹੋਏ। ਹਾਂਜੀ, ਮੈਂ ਸਮਝਦਾ ਵਾਂ ਕਿ ਗੁਰੂ ਸਾਹਿਬ ਨੇ ਉਹ ਅਕਾਲ ਪੁਰਖ ਦੀ ਜਿਹੜੀ ਵਿਚਾਰਧਾਰਾ ਜਿਹੜੀ ਲਈ ਸੀ, ਉਹ ਵਿਚਾਰਧਾਰਾ ਕਿਸੇ ਤੋਂ ਵੀ ਮਿਲੀ, ਉਹ ਗੁਰੂ ਸਾਹਿਬ ਨੇ ਐਕਸੈਪਟ ਕੀਤੀ ਔਰ ਉਹ ਬਾਣੀ ਨੂੰ ਨਾਲ ਆਪਣੀ ਜੋੜਿਆ ਔਰ ਉਹ ਬਾਅਦ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤੀ। ਸਿਰਫ ਆਪਣੀ ਹੀ ਨਹੀਂ, ਜਿਹੜੇ ਭਗਤਾਂ ਦੀ, ਜਿਹਦਾ ਕਬੀਰ ਜੀ ਦੀ ਬਾਣੀ ਆ, ਹੋਰ ਭਗਤਾਂ ਦੀ ਜਾਂ ਜਿਹੜੇ ਹੋਰ ਸਾਥੀ ਮਿਲੇ, ਉਹਨਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬ ਨੇ ਆਪਣੇ ਨਾਲ ਜੋੜਿਆ। ਇਟ ਮੀਨਸ ਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਮਿਲਦੀ ਸੀਗੀ, ਉਹਨਾਂ ਨੂੰ ਨਾਲ ਲਿਆ। ਇਟ ਮੀਨਸ ਕਿ ਉਹ ਵੀ ਉਹਨਾਂ ਦੀ ਵਿਚਾਰਧਾਰਾ ਨਾਲ ਵੀ ਇੰਪ੍ਰੈਸ ਸੀਗੇ, ਕਿ ਉਹਨਾਂ ਨੇ ਇਹ ਨਹੀਂ ਕਿਹਾ ਠੀਕ ਹੈ ਮੈਂ ਵੀ ਤਾਂ ਇਹੀ ਕਹਿ ਰਿਹਾ ਜੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਨਹੀਂ ਕਿਹਾ, ਗੁਰੂ ਨਾਨਕ ਪਾਤਸ਼ਾਹ ਨੇ ਕਬੀਰ ਜੀ ਦੇ ਸ਼ਬਦ ਸੀ, ਉਹ ਕਬੀਰ ਜੀ ਦੀ ਵਿਚਾਰਧਾਰਾ ਕਹਿ ਕੇ ਹੀ ਉਹਨਾਂ ਨੇ ਨਾਲ ਐਡ ਕੀਤੇ ਨੇ। ਸੋ ਗੱਲ ਸੱਚ ਦੀ ਸੀਗੀ, ਜਿਹੜੇ ਸੱਚ ਦੀ ਗੱਲ ਕੀਤੀ ਹੈ ਉਹਨੂੰ ਗੁਰੂ ਸਾਹਿਬ ਨੇ ਰਿਕੋਗਨਾਈਜ਼ ਕੀਤਾ, ਜਿਹੜੇ ਸੱਚ ਦੀ ਗੱਲ ਨਹੀਂ ਸੀ ਕਰ ਰਹੇ ਉਹਨੂੰ ਗੁਰੂ ਸਾਹਿਬ ਨੇ ਰਿਕੋਗਨਾਈਜ਼ ਨਹੀਂ ਕੀਤਾ, ਉਹਨਾਂ ਨੂੰ ਸਮਝਾਇਆ ਵੀ ਨਹੀਂ ਤੁਸੀਂ ਉੱਤੇ ਪਰਬਤਾਂ ਤੇ ਚੜ੍ਹ ਕੇ ਬਹਿ ਜਾਓਗੇ ਤੇ ਪਿੱਛੇ ਦੁਨੀਆ ਦਾ ਕੀ ਹੋਏਗਾ। ਸੋ ਗੁਰੂ ਸਾਹਿਬ ਨੇ ਸੱਚ ਦੀ ਗੱਲ ਚਾਹੇ ਕਿਤੋਂ ਵੀ ਸੀ ਉੱਥੋਂ ਐਕਸੈਪਟ ਕਰਕੇ ਉਹਨੂੰ ਆਪਣੇ ਨਾਲ ਜੋੜਿਆ ਜੀ। ਧੰਨਵਾਦ। ਕੁਲਵੰਤ ਸਿੰਘ ਜੀ, ਠੀਕ ਹੈ ਤੁਹਾਡੀ ਗੱਲ, ਲੇਕਿਨ ਜਦੋਂ ਭਗਤ ਬਾਣੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਅਸੀਂ ਸਾਰੇ ਹੀ ਇਸ ਗੱਲ ਨੂੰ ਜਾਣਦੇ ਹਾਂ ਕਿ ਜਿੱਥੇ ਕਿਤੇ ਵੀ ਭਗਤ ਫਰੀਦ ਜੀ ਜਾਂ ਕਬੀਰ ਸਾਹਿਬ ਜਾਂ ਕਿਤੇ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਦੀ ਲੋੜ ਸੀਗੀ, ਜਿੱਥੇ ਉਹਨਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਤੇ ਉੱਥੇ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੀ ਜੋ ਵਿਚਾਰਧਾਰਾ ਹੈ, ਜਿਸ ਨੂੰ ਅਸੀਂ ਗੁਰਮਤਿ ਵਿਚਾਰਧਾਰਾ ਕਹਿ ਸਕਦੇ ਹਾਂ, ਉਹਦੇ ਨਾਲ ਉਹਨੂੰ ਸਿੰਕ ਕਰਨ ਵਾਸਤੇ ਉਹਨਾਂ ਨੇ ਕਲੈਰੀਫਿਕੇਸ਼ਨ ਵੀ ਦਿੱਤੀ ਹੈ। ਤੋ ਇਹ ਗੱਲ ਠੀਕ ਹੈ ਕਿ ਉਹਨਾਂ ਦੀ ਬਾਣੀ ਨੂੰ ਲਿਆ ਹੈ, ਲੇਕਿਨ ਉਹ ਬਾਣੀ ਲਈ ਹੈਗੀ ਜਿਹੜੀ ਗੁਰਮਤਿ ਵਿਚਾਰਧਾਰਾ ਦੇ ਉੱਪਰ ਜਿਹੜੀ ਆ ਪਰਪੱਕ ਸੀਗੀ, ਨਾਲ ਮਿਲਦੀ ਸੀਗੀ, ਔਰ ਜਿੱਥੇ ਕਲੈਰੀਫਿਕੇਸ਼ਨ ਦੀ ਲੋੜ ਸੀ ਉੱਥੇ ਮਹੱਲਾ ਤੀਜਾ, ਪੰਜਵਾਂ, ਚੌਥਾ ਲਿਖ ਕਰਕੇ ਉਹਨਾਂ ਨੇ ਨਾਲ ਕਲੈਰੀਫਾਈ ਵੀ ਕੀਤਾ ਹੈ।
ਤਾਂ ਕਿ ਗੁਰਮਤ ਦੀ ਜਿਹੜਾ ਸਿਧਾਂਤ ਹੈ ਉਹ ਕਿਸੇ ਪੁਆਇੰਟ ਦੇ ਉੱਪਰ ਜਾ ਕਰਕੇ ਵੀ ਵੱਖ ਨਾ ਨਜ਼ਰ ਆਵੇ ਭਗਤ ਬਾਣੀਆਂ ਦੀ ਜਿਹੜੀ ਹੈ ਉਹ ਵਿਚਾਰਧਾਰਾ ਨੂੰ ਲੈ ਕਰਕੇ। ਨਹੀਂ, ਇਸ ਮੈਂ ਗੱਲ ਨੂੰ ਤੁਹਾਡਾ ਆਪਾਂ ਇਸ ਤਰੀਕੇ ਮੈਂ ਨਾਲ ਤੁਹਾਡੇ ਨਾਲ ਮੈਂ ਤੁਹਾਡੇ ਗੱਲ ਨਾਲ ਸਹਿਮਤ ਹੈਗਾ ਹਾਂ। ਉਹ ਕਲੈਰੀਫਿਕੇਸ਼ਨ ਸਿਰਫ ਸਾਡੇ ਲਈ ਦਿੱਤੀ ਹੈ, ਗੁਰੂ ਸਾਹਿਬ ਨੇ ਤੁਹਾਨੂੰ ਠੀਕ ਸਮਝਿਆ ਹੈ ਨਾ, ਅਸੀਂ ਨਾ ਕਿਤੇ ਟਪਲਾ ਖਾ ਜਾਈਏ, ਸੰਗਤ ਨਾਲ ਕਿਤੇ ਧੋਖਾ ਖਾ ਜਾਏ, ਇਸ ਕਰਕੇ ਕਲੈਰੀਫਾਈ ਕਰਨ ਲਈ ਨਾਲ ਸ਼ਬਦ ਜੋੜਿਆ ਹੈਗਾ। ਪਰ ਬਿਲਕੁਲ। ਗੁਰੂ ਸਾਹਿਬ ਨੇ ਉਹ ਜਿਹੜਾ ਸ਼ਬਦ ਲਿਆ ਐਜ਼ ਇਟ ਇਜ਼, ਅਗਰ ਭਗਤਾਂ ਦਾ ਲਏ ਨੇ, ਭਗਤ ਬਾਣੀ ਲਈ ਹੈ, ਤੇ ਉਹ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਐਕਸੈਪਟ ਕੀਤਾ ਹੈਗਾ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਮੈਂ ਸੋਚਦਾ ਉਹ ਇਹ ਵੀ ਸੋਚਦੇ ਨੇ, ਤੇ ਉਹਨੂੰ ਨਾਲ ਜੋੜਿਆ ਹੈਗਾ। ਇਟ ਮੀਨਸ ਕਿ ਇਹ ਅਕਾਲ ਪੁਰਖ ਦਾ ਜਿਹੜਾ ਸੱਚ ਦੀ ਗੱਲ ਹੈਗੀ ਏ, ਇਹ ਜੁਗਾਂ ਜੁਗਾਂ ਤੋਂ ਚਲਦੀ ਆ ਰਹੀ ਏ, ਤੇ ਗੁਰੂ ਨਾਨਕ ਪਾਤਸ਼ਾਹ ਵੀ ਉਸੇ ਗੱਲ ਨੂੰ ਅੱਗੇ ਲੈ ਕੇ ਅੱਗੇ ਤੁਰੇ। ਠੀਕ ਹੈ, ਸੱਚ ਦੀ ਗੱਲ ਜਿੱਥੋਂ ਵੀ ਮਿਲੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਨਾਲ ਜੋੜੀ ਹੈ। ਇਹ ਗੱਲ ਬਿਲਕੁਲ ਠੀਕ ਹੈਗੀ ਹੈ। ਨਹੀਂ, ਪਰ ਇੱਕ ਉਹ ਗੱਲ ਜਿਹੜੀ ਹੈ, ਜਿਹੜਾ ਕੁਝ ਬਾਣੀਆਂ ਡਾਕਟਰ ਸੁਰਿੰਦਰ ਸਿੰਘ ਜੀ ਦਾ ਸਵਾਲ ਸੀ ਨਾ, ਜਿਹੜਾ ਡਾਕਟਰ ਸੁਰਿੰਦਰ ਸਿੰਘ ਜੀ ਦਾ ਸਵਾਲ ਸੀਗਾ, ਉਹ ਬੜਾ ਟੂ ਦੀ ਪੁਆਇੰਟ ਸਪੈਸੀਫਿਕ ਇੱਕ ਸਵਾਲ ਇਹ ਸੀਗਾ ਕਿ ਕੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਸੇ ਹੋਰ ਦੇ ਇਨਫਲੂਐਂਸ ਵਿੱਚ ਆਪਣੀ ਵਿਚਾਰਧਾਰਾ ਨੂੰ ਚੇਂਜ ਕੀਤਾ? ਤਾਂ ਉਹਦਾ ਬਿਲਕੁਲ ਪੁਆਇੰਟਡ ਆਨਸਰ ਹੈ ਕਿ ਨਹੀਂ ਕੀਤਾ। ਨਹੀਂ ਕੀਤਾ। ਠੀਕ ਹੈ, ਪਰ ਉਹਨਾਂ ਦੀ ਜਿਹੜੀ ਮੇਲ ਖਾਂਦੀ ਸੀ ਉਹਨਾਂ ਨੂੰ ਜ਼ਰੂਰ ਨਾਲ ਐਕਸੈਪਟ ਕੀਤਾ। ਹਾਂ, ਤਾਂ ਉਹ ਮੇਲ ਖਾਂਦੀ ਨੂੰ ਐਕਸੈਪਟ ਕਰਕੇ ਜੋੜਿਆ, ਉਹਨੂੰ ਸਨਮਾਨ ਦਿੱਤਾ, ਉਹ ਸਭ ਠੀਕ ਹੈ। ਪਰ ਜੋ ਸਪੈਸੀਫਿਕ ਕੁਐਸਚਨ ਸੀ ਨਾ, ਉਹ ਇਹ ਸੀਗਾ ਵੀ ਕੀ ਉਹਨਾਂ ਨੇ ਆਪਣੇ ਵਿਚਾਰ ਚੇਂਜ ਕੀਤੇ, ਤਾਂ ਉਹਦਾ ਜਵਾਬ ਨਹੀਂ ਜੀ। ਹਾਂ, ਨਹੀਂ, ਉਹ ਨਹੀਂ ਕੀਤਾ। ਬਾਕੀ ਉਹਨਾਂ ਨੇ ਐਕਸੈਪਟ ਜ਼ਰੂਰ ਕੀਤਾ, ਇਹ ਗੱਲ ਤਾਂ ਮੰਨਣੀ ਪਏਗੀ। ਜਿਹੜੀ ਕਿ ਗੁਰਮਤ ਦੇ ਅਨੁਕੂਲ ਸੀ ਗੱਲ, ਉਹਨਾਂ ਨੂੰ ਮੰਨਿਆ ਵੀ ਠੀਕ ਹੈ, ਵੀ ਬੋਲ ਰਹੇ ਕੋਈ ਗੱਲ ਹੈ ਬੜੀ ਕਲੀਅਰ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਨੇ ਕਿਤੇ ਵੀ ਨਾ ਸਿਧਾਂਤ ਨਾਲ ਸਮਝੌਤਾ ਕੀਤਾ ਤੇ ਨਾ ਵਿਤਕਰਾ ਕੀਤਾ। ਸਾਰੀ ਬਾਣੀ ਭਗਤ ਬਾਣੀ ਉਹਨਾਂ ਨੇ ਨਹੀਂ ਲਈ ਹੈਗੀ। ਕੁਝ ਜਿਹੜੇ ਜਿਵੇਂ ਕਬੀਰ ਗ੍ਰੰਥ ਮਿਲਦੀਆਂ ਨੇ ਜਾਂ ਹੋਰ ਗ੍ਰੰਥ ਰਵਿਦਾਸ ਜੀ ਦੇ ਬਾਹਰ ਮਿਲਦੇ ਨੇ, ਤਾਂ ਭਗਤ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਸ ਵੇਲੇ ਇਹਨੂੰ ਐਨਾਲਿਸਿਸ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਤੇ ਉਹ ਸਾਰੀ ਚੀਜ਼ਾਂ ਨੂੰ ਉਹਨਾਂ ਨੇ ਆਪਣੇ ਨਾਲ ਨਹੀਂ ਰੱਖਿਆ। ਜਿਹੜੀ ਚੀਜ਼ ਮਿਲਦੀ ਸੀ ਉਸ ਵਿਚਾਰਧਾਰਾ ਨੂੰ ਆਪਣੇ ਨਾਲ ਜੋੜਿਆ। ਹਾਂਜੀ, ਡਾਕਟਰ ਸੁਰਿੰਦਰ ਸਿੰਘ ਜੀ ਫਿਰ ਦੁਬਾਰਾ ਕੁਝ ਕਹਿਣਾ ਚਾਹ ਰਹੇ ਹਨ? ਹਾਂਜੀ ਵੀਰ ਜੀ, ਇਹ ਬਹੁਤ ਕਲੀਅਰ ਹੈ ਜੀ। ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ, ਇਟ ਵਾਸ ਬੇਸਡ ਔਨ ਟਰੁੱਥ, ਤੇ ਜਿਹੜਾ ਟਰੁੱਥ ਹੈ ਉਹ ਕਦੀ ਨਾ ਬਦਲਦਾ ਤੇ ਨਾ ਉਹਨੂੰ ਕੋਈ ਬਦਲ ਸਕਦਾ। ਬਿਲਕੁਲ। ਸੱਚ ਪੁਰਾਣਾ ਨਾ ਧੀਏ ਨਾ ਹੋਏ, ਨਾਮ ਨਾ ਮੈਲਾ ਹੋਏ। ਹਾਂਜੀ, ਸੱਚ ਪੁਰਾਣਾ ਨਹੀਂ ਹੁੰਦਾ ਤੇ ਨਾਮ ਮੈਲਾ ਨਹੀਂ ਹੁੰਦਾ। ਤੋ ਉਹ ਸਤਨਾਮ ਜਿਹੜਾ ਨਾ, ਉਹਨਾਂ ਦੀ ਵਿਚਾਰਧਾਰਾ ਸੱਚ ਦੇ ਉੱਤੇ ਸੀਗੀ। ਬਿਲਕੁਲ ਬਿਲਕੁਲ। ਹਾਂਜੀ, ਸਰਦਾਰ ਦਵਿੰਦਰ ਸਿੰਘ ਜੀ ਬਫਲੋ। ਹਾਂਜੀ ਵੀਰ ਜੀ, ਜਦੋਂ ਅਸੀਂ ਕਹਿੰਦੇ ਆ ਨਾ ਕਿ ਹੋਰ ਭਗਤਾਂ ਦੀ ਬਾਣੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਹੈ, ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹਨਾਂ ਦੇ ਨਾਲ ਮੇਲ ਖਾਂਦੀ ਸੀ, ਉਸੇ ਨੂੰ ਰੱਖਿਆ ਹੈ। ਤੇ ਇਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਉਹਨਾਂ ਦੀ ਵਿਚਾਰਧਾਰਾ ਕਿਤੇ ਨਾ ਕਿਤੇ ਹੋਰ ਪਾਸੇ ਵੀ ਦਵੈਤ ਵੱਲ ਚਲੀ ਜਾਂਦੀ ਸੀ, ਜਿਸ ਨੂੰ ਮਨਜ਼ੂਰ ਨਹੀਂ ਕੀਤਾ, ਤੇ ਇਸ ਕਰਕੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤਾ। ਇਸ ਦਾ ਮਤਲਬ ਫਿਰ ਇਹ ਵੀ ਹੁੰਦਾ ਹੈ ਕਿ ਉਹਨਾਂ ਭਗਤਾਂ ਦੀ ਇਹ ਵਿਚਾਰਧਾਰਾ ਦੇ ਇਲਾਵਾ ਵੀ ਕੋਈ ਹੋਰ ਕਨਫਿਊਜ਼ਿੰਗ ਵਿਚਾਰ ਹੈ ਸਨ। ਮੈਂ ਤੇ ਕਨਫਿਊਜ਼ਿੰਗ ਵਰਡ ਇਸ ਕਰਕੇ ਯੂਜ਼ ਕਰ ਰਿਹਾ ਕਿਉਂਕਿ ਉਸ ਵਿਚਾਰਾਂ ਨੂੰ ਪ੍ਰਮਾਣਿਕਤਾ ਨਹੀਂ ਮਿਲੀ, ਤੇ ਉਸ ਨੂੰ ਇਸੇ ਕਰਕੇ ਦਰਜ ਨਹੀਂ ਕੀਤਾ ਗਿਆ। ਇਹ ਮੈਂ ਪੁੱਛਣਾ ਚਾਹੁੰਦਾ ਸੀ ਵੀਰ ਜੀ। ਕੁਝ ਭਗਤਾਂ ਦੀ ਬਾਣੀ ਨਹੀਂ, ਜਿਵੇਂ ਪੀਲੂ ਕਾਨਾ ਛੱਜੂ ਦੇ ਸ਼ਾਹ ਹੁਸੈਨ ਸੀਗੇ, ਉਹਨਾਂ ਨੇ ਜਿਹੜੀ ਬਾਣੀ ਹੈ ਉਹ ਆਪਣੀ ਲਿਆ ਕਰਕੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਪੇਸ਼ ਕੀਤੀ ਸੀਗੀ। ਲੇਕਿਨ ਉਸ ਦੇ ਅੰਦਰ ਜਿਹੜੀ ਵਿਚਾਰਧਾਰਾ ਸੀ, ਮੈਂ ਉਹੀ ਰਹੇ, ਤੇ ਇਹ ਕਿਹਾ ਵੀ ਕਾਗਜ਼ ਦੀ ਵੀ ਅਗਰ ਕੋਈ ਔਰਤ ਬਣਾਈ ਜਾਏ ਤੇ ਉਹਨੂੰ ਵੀ ਜਿਹੜਾ ਹੈ ਉਹ ਰਿਜੈਕਟ ਕਰਨਾ ਚਾਹੀਦਾ ਹੈ, ਉਸ ਨੂੰ ਵੀ ਜਿਹੜਾ ਹੈ ਪ੍ਰਵਾਨ ਨਹੀਂ ਕਰਨਾ ਚਾਹੀਦਾ। ਤਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਧੱਕਿਆਨੂਸੀ ਸੀਗੀ, ਉਹ ਕੋਈ ਸੱਚ ਦੇ ਆਧਾਰਿਤ ਨਹੀਂ ਸੀ ਹੈਗੀ, ਉਹ ਸੋਸ਼ਲ ਜਸਟਿਸ ਦੇ ਉੱਪਰ ਆਧਾਰਿਤ ਨਹੀਂ ਸੀ। ਤਾਂ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਰਿਜੈਕਟ ਕੀਤੀ ਹੈ, ਕਿਉਂਕਿ ਉਹ ਮੇਲ ਨਹੀਂ ਸੀ ਖਾਂਦੀ। ਪਰ ਜਿਵੇਂ ਮੈਂ ਪਹਿਲੇ ਕਰਕੇ ਹੈ, ਵੀਰ ਅਜੀਤ ਸਿੰਘ ਜੀ ਨੇ ਵੀ ਕਿਹਾ ਕਿ ਜਿਹੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨਾਲ ਮੇਲ ਖਾਂਦੀ ਸੀ, ਗੁਰਮਤ ਨਾਲ ਮੇਲ ਖਾਂਦੀ ਸੀ, ਉਹਨੂੰ ਐਕਸੈਪਟ ਕੀਤਾ ਗਿਆ ਔਰ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਨਮਾਨਿਤ ਜਗ੍ਹਾ ਦਿੱਤੀ ਗਈ। ਔਰ ਭਗਤਾਂ ਨੂੰ ਵੀ ਭਗਤ ਜੀ ਕਹਿ ਕਰਕੇ, ਭਗਤਾਂ ਕੀ ਬਾਣੀ, ਰਵਿਦਾਸ ਜੀ ਕੀ ਬਾਣੀ, ਕਬੀਰ ਜੀ ਕੀ ਬਾਣੀ ਕਹਿ ਕੇ ਉਹਨਾਂ ਨੂੰ ਜਿਹੜਾ ਸਨਮਾਨਿਤ ਸਥਾਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਹੈ। तो ਇਹ ਕਲੈਕਟਿਵ ਵਿਜ਼ਡਮ ਜਿਹੜੀ 6 ਗੁਰੂ ਸਾਹਿਬਾਨ ਦੀ ਹੈ, 15 ਭਗਤਾਂ ਦੀ ਹੈ, 11 ਭੱਟਾਂ ਦੀ ਹੈ, 3 ਗੁਰਸਿੱਖਾਂ ਦੀ ਹੈ, ਉਹਨੂੰ ਹੀ ਗੁਰੂ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ। ਤੇ ਅਸੀਂ ਉਹਨਾਂ ਦੇ ਸਾਹਮਣੇ ਹੀ ਜਿਹੜੇ ਹਨ ਉਹ ਮੱਥਾ ਟੇਕਦੇ ਆ, ਅਸੀਂ ਉਹ ਸਾਰੀ ਬਾਣੀ ਨੂੰ ਗੁਰਬਾਣੀ ਸਮਝਦੇ ਹਾਂ। ਮੈਨੂੰ ਇਹੋ ਜਾਪਦਾ ਆ ਵੀ ਗੁਰੂ ਸਾਹਿਬ ਜੀ ਨੇ ਜਦੋਂ ਬਾਣੀ ਮੰਗਾਈ, ਜਦ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤੀ ਹੈ,
ਬਾਣੀ ਉਦੋਂ ਭਗਤਾਂ ਦੇ ਨਾਂ ਤੇ ਜਿੰਨੀ ਕੁ ਅਵੇਲੇਬਲ ਸੀ ਉਹ ਲੈ ਲਈ। ਉਦੋਂ ਇਹ ਜਿਹੜੀਆਂ ਬਾਕੀ ਰਚਨਾਵਾਂ ਆ ਭਗਤਾਂ ਦੇ ਨਾਂ ਵਰਤ ਕੇ ਤੇ ਭਗਤ ਕਬੀਰ ਜੀ ਦੇ ਨਾਂ ਵਰਤ ਕੇ ਜਾਂ ਦੂਜਿਆਂ ਦੀਆਂ ਮਿਲਦੀਆਂ, ਇਹ ਬਾਅਦ ਵਿੱਚ ਕਿਤੇ ਉਹਨਾਂ ਨੇ ਲਿਆਉਂਦੀਆਂ ਗਈਆਂ। ਜੇ ਉਸ ਵੇਲੇ ਵਿਚਾਰ ਹੁੰਦੀਆਂ ਸ਼ਾਇਦ ਇਹ ਰਚਨਾਵਾਂ, ਫਿਰ ਗੁਰੂ ਸਾਹਿਬ ਦੀ ਕਦੀ ਵੀ ਦੁਬਿਧਾ 'ਚ ਨਾ ਹੁੰਦੇ ਵੀ ਇਹਨਾਂ ਦੀ ਕੁਛ ਮਿਲਦੀ ਹੈ ਕੁਛ ਨਹੀਂ ਮਿਲਦੀ। ਇਹ ਹੋ ਨਹੀਂ ਸਕਦਾ। ਜਿਹੜੇ ਬੰਦੇ ਦੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਰਲ ਗਈ, ਉਹ 'ਚ ਇਹ ਆਸ ਨਹੀਂ ਤੁਸੀਂ ਰੱਖ ਸਕਦੇ ਵੀ ਉਹਦੀ ਬਲਗੱਬਾ ਵੀ ਹੋਏਗੀ ਤੂੰ ਬਾਣੀ ਛੱਡਤੀ। ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਨਹੀਂ ਹੈ, ਮਤਲਬ ਸੰਭਵ ਹੀ ਨਹੀਂ ਹੈ ਗੱਲ। ਮਤਲਬ ਤੁਸੀਂ ਗੱਲ ਨੂੰ ਸੋਚ ਕੇ ਚੱਲੋ, ਪਰ ਮੰਨ ਕੇ ਚੱਲੋ ਇਹ ਗੱਲ ਨੂੰ ਵੀ ਜੇ ਉਹਨਾਂ ਦੇ ਉਸ ਵੇਲੇ ਵੀ ਬਾਣੀ ਅੱਧੀ ਛੱਡਤੀ ਦੀ ਰੱਖ ਲਈ, ਕਦੀ ਵੀ ਨਹੀਂ ਸੀ ਹੋ ਸਕਦਾ ਇਹ ਗੱਲ ਜੇ ਉਹਨਾਂ ਦਾ ਦੁਬਿਧਾ ਹੁੰਦੀ। ਕਲੀਅਰ ਗੱਲ ਮਿਲਦੀ ਹੈ ਕਿ ਭਗਤਾਂ ਦੇ ਨਾਮ ਵਰਤ ਕੇ ਬਾਅਦ ਦੇ ਵਿੱਚ ਕੁਝ ਗ੍ਰੰਥ ਬਣੇ, ਉਹਨਾਂ ਨੂੰ ਜਿਵੇਂ ਕੱਚੀਆਂ ਬਾਣੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਬਾਅਦ ਦੇ ਵਿੱਚ ਬਣੀਆਂ। ਤੇ ਜਿਹੜੀਆਂ ਬਾਣੀਆਂ ਗੁਰੂ ਨਾਨਕ ਸਾਹਿਬ ਨੇ ਇਕੱਠੀਆਂ ਇਕੱਤਰ ਕਰ ਲਈਆਂ ਸੀ, ਉਸ ਤੋਂ ਇਲਾਵਾ ਜਿਹੜੀ ਭਗਤ ਬਾਣੀ ਮਿਲਦੀ ਹੈ ਉਹ ਬਾਅਦ ਵਿੱਚ ਕਿਤੇ ਉਹਨਾਂ ਦੇ ਨਾਂ ਤੇ ਬਣ ਗਈ। ਉਹ ਪਹਿਲਾਂ ਉਹ ਬਾਣੀ ਹੋਏਗੀ ਨਹੀਂ। ਇਹ ਨਹੀਂ ਹੋ ਸਕੇਗਾ ਕਿਉਂਕਿ ਦੋ ਹੁਣ ਤਾਂ ਗੁਰੂ ਨਾਨਕ ਦੀ ਛੱਡਤੇ ਦੀ ਰੱਖ ਲਈਏ, ਨੈਵਰ ਪੋਸੀਬਲ ਦਿਸ। ਨਹੀਂ ਦੇਖੋ, ਅਟੈਂਪਟ ਤਾਂ ਇਹ ਹੁੰਦੇ ਹੀ ਰਹਿੰਦੇ ਨੇ ਨਕਲੀ ਬਾਣੀ ਬਣਾਉਣ ਦੀ। ਈਵਨ ਗੁਰੂ ਨਾਨਕ ਦੀ ਮੋਹਰ ਛਾਪ ਵਰਤ ਕੇ ਵੀ ਤਾਂ ਮਿਹਰਬਾਨ ਨੇ ਜਾਂ ਪ੍ਰਿਥੀ ਚੰਦ ਦੇ ਬੇਟੇ ਨੇ ਕੋਸ਼ਿਸ਼ ਕੀਤੀ ਰਚਨਾ ਕਰਨ ਦੀ। ਇਹ ਕੁਝ ਤਾਂ ਹੁੰਦਾ ਹੀ ਰਹਿੰਦਾ। ਐਮਪੀ ਸਿੰਘ ਜੀ, ਮੈਂ ਗੱਲ ਕਰਦਾ ਵੀ ਜੇ ਦੁਬਿਧਾ ਹੁੰਦੀ ਨਾ, ਦੇਖੋ ਬੜੀ ਕਲੀਅਰ ਗੱਲ ਉਹਨਾਂ ਦੇ ਡਿਸੈਂਡੈਂਟਸ ਮੈਂ ਵੀ ਉਹੀ ਸਪੋਰਟ ਕਰ ਰਿਹਾ ਤੁਹਾਡੀ ਗੱਲ ਨੂੰ। ਐਮਪੀ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਜਿਹੜੀ ਇਕੱਤਰ ਕੀਤੀ ਹੈ ਉਹ ਭਗਤਾਂ ਤੋਂ ਡਾਇਰੈਕਟਲੀ ਨਹੀਂ ਕੀਤੀ ਹੈ, ਉਹਨਾਂ ਦੇ ਸਥਾਨ ਤੇ ਜਾ ਕਰਕੇ ਕੀਤੀ ਹੈ। ਤੇ ਇਸ ਕਰਕੇ ਹੋ ਸਕਦਾ ਹੈ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ, ਗੁਰੂ ਅਰਜਨ ਦੇਵ ਜੀ ਦੇ ਜਿਹੜੇ ਭਤੀਜੇ ਸਨ, ਮਿਹਰਬਾਨ ਸਨ, ਉਹ ਵੀ ਗੁਰੂ ਨਾਨਕ ਦੀ ਮੋਹਰ ਛਾਪ ਵਰਤਦੇ ਸਨ। ਤੇ ਇਸ ਤਰ੍ਹਾਂ ਕਬੀਰ ਸਾਹਿਬ ਦੇ ਉਸ ਪੌਂਟਿਫ ਦੇ ਉੱਤੇ, ਉਸ ਸਥਾਨ ਦੇ ਉੱਪਰ ਹੋ ਸਕਦਾ ਹੈ ਹੋਰ ਵੀ ਤਰੀਕੇ ਦੀਆਂ ਬਾਣੀਆਂ ਉੱਥੇ ਹੁੰਦੀਆਂ ਹੋਣ। ਉਹ ਗੁਰੂ ਨਾਨਕ ਪਾਤਸ਼ਾਹ ਨੇ ਜ਼ਰੂਰ ਅਧਿਐਨ ਕੀਤਾ ਹੋਏਗਾ, ਐਨਾਲਿਸਿਸ ਕੀਤਾ ਹੋਏਗਾ ਸਾਰੇ ਦਾ, ਤੇ ਜਿਹੜੀ ਐਕਸੈਪਟੇਬਲ ਸੀਗੀ ਉਹਨੂੰ ਐਕਸੈਪਟ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਸਥਾਨ ਦਿੱਤਾ ਹੈ। ਕਿਉਂਕਿ ਉਹਨਾਂ ਨੇ ਆਪਣੀ ਟਿੱਪਣੀਆਂ ਕੀਤੀਆਂ ਨੇ ਵਿੱਚ ਜਾ ਕਰਕੇ। ਗੁਰੂ ਅਮਰਦਾਸ ਜੀ ਨੇ ਟਿੱਪਣੀ ਕੀਤੀ ਹੈ। ਵੀਰ ਜੀ ਤੇਂਦਰ ਸਿੰਘ ਜੀ, ਮੇਰੀ ਗੱਲ, ਮੈਂ ਜਿਹੜੀ ਗੱਲ ਕਰ ਰਿਹਾ ਉਸ ਵੇਲੇ ਇਹ ਜੇ ਭਗਤ ਕਬੀਰ ਜੀ ਦਾ ਨਾਮ ਵਰਤ ਕੇ ਉਸ ਵੇਲੇ ਤੱਕ ਅਵੇਲੇਬਿਲਿਟੀ ਨਹੀਂ ਹੋਏਗੀ ਉਸ ਬਾਣੀ ਰਚਨਾ ਦੀ, ਜਿਹਨੂੰ ਬਾਣੀ ਨਾ ਕਹੋ, ਰਚਨਾ ਦੀ ਗੱਲ ਕਰ ਰਿਹਾ ਜਿਹੜੀ ਬਾਅਦ ਵਿੱਚ। ਹਾਂਜੀ, ਮਤਲਬ ਜੇ ਹੁੰਦੀ, ਜੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਹੁੰਦੀ ਤਾਂ ਫਿਰ ਉਹ ਕਦੀ ਵੀ ਦੂਜੀ ਵੀ ਰਚਨਾ ਦਰਜ ਨਾ ਕਰਦੇ ਜੇ ਉਹਦੇ 'ਚ ਦੁਬਿਧਾ ਵਾਲੇ ਵਿਚਾਰ ਹੁੰਦੇ। ਬੜੀ ਕਲੀਅਰ ਗੱਲ ਮਿਲਦੀ ਹੈ, ਸਪਸ਼ਟ ਗੱਲ ਮਿਲਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਉਹ ਰਚਨਾਵਾਂ ਨਹੀਂ ਸਨ, ਉਹ ਰਚਨਾਵਾਂ ਬਾਅਦ ਵਿੱਚ ਲਿਖੀਆਂ ਗਈਆਂ ਉਹਨਾਂ ਦਾ ਭਗਤਾਂ ਦਾ ਨਾਮ ਵਰਤ ਕੇ। ਉਹ ਇਸ ਕਰਕੇ ਉਹ ਜਿਹੜੀ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਜਗ੍ਹਾ ਦੁਬਾਰਾ ਮਿਲ ਹੀ ਨਹੀਂ ਸੀ ਸਕਦੀ, ਕਿਉਂਕਿ ਗੁਰੂ ਕਾਲ ਵੇਲੇ ਰਚਨਾ ਹੈ ਹੀ ਨਹੀਂ ਸੀ। ਹਾਂਜੀ, ਸਰਦਾਰ ਪਰਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰ, ਅੱਜ ਤੇਜਿੰਦਰ ਸਿੰਘ ਜੀ ਨੇ ਬਹੁਤ ਅੱਛੇ ਤਰ੍ਹਾਂ ਐਕਸਪਲੇਨੇਸ਼ਨ ਕੀਤਾ ਹੈਗਾ, ਮੁਬਾਰਕ ਦੇਣਾ ਉਸ ਚੀਜ਼ ਦੀ ਮੈਂ। ਬਸ ਸਿਰਫ 2 ਕਮੈਂਟਸ ਹੈਗੇ ਸੀਗੇ ਕਿ ਜਿੱਥੇ ਆਇਆ ਸੀਗਾ ਇੱਕ ਵਾਰੀ ਇਹਨਾਂ ਨੇ ਕਲੈਰੀਫਾਈ ਕੀਤਾ ਕਿ ਡਿਫਰੈਂਸ ਆਫ ਓਪੀਨੀਅਨ ਹੈਗਾ ਇੰਟਰਪ੍ਰੀਟੇਸ਼ਨ ਦੇ ਉੱਤੇ, ਸੋਚੇ ਸੋਚ ਨਾ ਹੋਈ ਵਗੈਰਾ ਦੇ ਉਹ ਲਾਈਨ ਦੇ ਉੱਤੇ, ਉਸ ਅੰਗ ਦੇ ਉੱਤੇ। ਤੇ ਮਸਕੀਨ ਸਾਹਿਬ ਦੇ ਬਾਰੇ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਟੀਕੇ ਜਿਹੜੇ ਅਲੱਗ-ਅਲੱਗ ਹੈਗੇ ਨੇ ਉਹ ਹਰ ਇੱਕ ਦੀ ਆਪਣੀ ਡਿਵੈਲਪਮੈਂਟ ਦੇ ਲੈਵਲ ਦੇ ਹਿਸਾਬ ਨਾਲ ਬਣਾਏ ਗਏ ਹੈਗੇ ਨੇ। ਕੋਈ ਬੰਦਾ ਜ਼ਿਆਦਾ ਡਿਵੈਲਪਡ ਹੈਗਾ ਮਾਈਂਡ ਵੱਲੋਂ ਤੇ ਉਹ ਜ਼ਿਆਦਾ ਬੈਟਰ ਐਕਸਪਲੇਨ ਕਰ ਪਾ ਰਿਹਾ ਹੈਗਾ, ਦੂਜੇ ਬੰਦੇ ਸ਼ਾਇਦ ਉਸ ਲੈਵਲ ਤੇ ਨਹੀਂ ਪਹੁੰਚ ਪਾਏ ਤੇ ਇਸ ਕਰਕੇ ਉਹ ਉਸ ਲੈਵਲ ਤੇ ਨਹੀਂ ਪਹੁੰਚ ਪਾਏ, ਉਸ ਤਰ੍ਹਾਂ ਨਾਲ ਪ੍ਰੋਪਰ ਨਹੀਂ ਕਰ ਪਾਏ ਹੈਗੇ ਉਸ ਚੀਜ਼ ਨੂੰ ਇੰਟਰਪ੍ਰੀਟ। ਐਕਚੁਅਲੀ ਦੂਜੀ ਜਿਹੜੀ ਆਬਜ਼ਰਵੇਸ਼ਨ ਹੈਗੀ ਸੀਗੀ ਉਹ ਹੈਗੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈਗੀ ਹੈ, ਅਕਸਰ ਸਾਨੂੰ ਅਜੇ ਤੱਕ ਇਹੋ ਸਮਝਾਇਆ ਗਿਆ ਕਿ ਇਹ ਐਕਚੁਅਲੀ ਤੁਰਦੀ ਬਾਣੀ ਹੈਗੀ ਹੈ। ਇਹ ਉਹ ਖੁਦ ਕਹਿੰਦੇ ਹੈਗੇ ਨੇ ਕਿ ਮੈਂ ਨਹੀਂ ਬੋਲ ਰਿਹਾ ਹੈਗਾ, ਇਹ ਪਰਮਾਤਮਾ ਦੀ ਮੇਰੀ ਅੰਦਰੋਂ ਆਵਾਜ਼ ਆ ਰਹੀ ਹੈਗੀ ਹੈ ਤੇ ਮੈਂ ਉਹ ਬੋਲ ਰਿਹਾ ਹੈਗਾ ਵਾਂ। ਤੇ ਇਸ ਕਰਕੇ ਉਹਦੇ ਵਿੱਚ ਕੋਈ ਉਹ ਚੀਜ਼ ਹੋਣੀ ਨਹੀਂ ਚਾਹੀਦੀ ਹੈਗੀ ਕਿ ਦੂਜਿਆਂ ਨਾਲ ਉਹ ਕਿਸੇ ਕੋਲੋਂ ਪਿੱਛੇ ਹਟ ਜਾਣ ਜਾਂ ਆਪਣਾ ਵਿਊ ਚੇਂਜ ਕਰ ਲੈਣ, ਕਿਉਂ ਉਹਨਾਂ ਦੀ ਐਕਚੁਅਲੀ ਸੱਚ ਦੀ ਬਾਣੀ ਹੈਗੀ ਤੇ ਸੱਚ ਦੀ ਬਾਣੀ ਚੇਂਜ ਨਹੀਂ ਹੋ ਸਕਦੀ। ਕੋਈ ਹੋਰ ਵਿਊ ਉਹਦੇ ਅਗੇਂਸਟ ਆਏਗਾ ਵੀ ਉਹਨੂੰ ਆਪਣੇ ਆਪ ਹਾਰਨਾ ਪਏਗਾ, ਕਿਉਂਕਿ ਉਹ ਡੌਗਮਾਸ ਔਰ ਰਿਚੁਅਲਸ ਦੇ ਅਗੇਂਸਟ ਬੋਲ ਰਹੇ ਸੀਗੇ ਜਿਹੜੇ ਇਹਨਾਂ ਨੇ ਕਿਹੜਾ ਸਾਡੀ ਸੁਸਾਇਟੀ ਵਿੱਚ ਉਸ ਟਾਈਮ ਬਹੁਤ ਜ਼ਿਆਦਾ ਡੌਗਮਾਸ ਆ ਚੁੱਕੇ ਸੀਗੇ ਤੇ ਬਹੁਤ ਜ਼ਿਆਦਾ ਰਿਚੁਅਲਸ ਬਣ ਚੁੱਕੇ ਸੀ ਜਿਨ੍ਹਾਂ ਦੇ ਅਗੇਂਸਟ ਉਹ ਬੋਲ ਕੇ ਉਹ ਕਿਹੜਾ ਰਿਲੀਜਨ ਨੂੰ, ਧਰਮ ਨੂੰ ਬਹੁਤ ਸਿੰਪਲੀਫਾਈ ਕਰ ਦਿੱਤਾ ਉਹਨਾਂ ਨੇ। ਐਕਚੁਅਲੀ ਇਹ ਚੀਜ਼ਾਂ ਮੇਨ ਚੀਜ਼ ਆਈ ਹੈਗੀ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਕੋਈ ਹੋਰ ਕੋਈ ਇਹਨਾਂ ਨੂੰ ਚੇਂਜ ਕਰ ਨਹੀਂ ਸਕਦਾ ਹੈਗਾ ਇਸ ਚੀਜ਼ ਨੂੰ।
ਮੇਰੀ ਇਤਨੀ ਹੀ ਬੇਨਤੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਵੀਰ ਜੀ, ਧੰਨਵਾਦ। ਹਾਂਜੀ ਸਰਦਾਰ ਦਵਿੰਦਰ ਸਿੰਘ ਜੀ। ਵੀਰ ਜੀ ਜਿਹੜੀ ਹਰਜੀਤ ਸਿੰਘ ਵੀਰ ਜੀ ਗੱਲ ਕਰ ਰਹੇ ਸਨ, ਉਹ ਗੱਲ ਜ਼ਿਆਦਾ ਮਾਫਕ ਸਮਝ ਆਉਂਦੀ ਹੈ, ਕਿਉਂਕਿ ਵਿਚਾਰਧਾਰਾ ਨਾ ਇੱਕੋ ਵਿਚਾਰਧਾਰਾ ਹੁੰਦੀ ਹੈ ਕਿਸੇ ਵੀ ਇੱਕ ਇਨਸਾਨ ਦੀ। ਉਹ ਵੀ ਇੰਨੇ ਇਨਲਾਈਟਨ ਜਿਹੜੇ ਭਗਤ ਸਨ, ਉਹਨਾਂ ਦੀ ਵਿਚਾਰਧਾਰਾ, ਭਗਤ ਨਾਮਦੇਵ ਜੀ, ਭਗਤ ਕਬੀਰ ਦਾਸ ਜੀ, ਇਹਨਾਂ ਦੀ ਵਿਚਾਰਧਾਰਾ ਜਿਹੜੀ ਹੋਰ ਰਚਨਾਵਾਂ ਨੇ, ਉਹ ਹੋ ਸਕਦਾ ਹੈ ਉਹ ਇਨਫਿਲਟਰੇਟ ਕਰਕੇ ਉਹਨਾਂ ਦੇ ਨਾਂ ਤੋਂ ਆਈਆਂ ਹੋਣ, ਇਸ ਕਰਕੇ ਵੀ ਉਸਨੂੰ ਨਹੀਂ ਐਂਟਰਟੇਨ ਕੀਤਾ ਗਿਆ। ਬਸ ਮੈਂ ਇਹੀ ਸੋਚ ਰਿਹਾ ਸੀ ਤੇ ਮੈਂ ਕਿਹਾ ਚਲੋ ਮੈਂ ਸ਼ੇਅਰ ਕਰ ਦਿਆਂ ਆਪਣੇ ਵਿਚਾਰ ਨੂੰ ਕਿ ਦਸਮ ਗ੍ਰੰਥ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਉਹਨਾਂ ਦੀ ਹੈ, ਇਹ ਉਹਨਾਂ ਦੀ ਨਹੀਂ ਹੋ ਸਕਦੀ, ਕਿਉਂਕਿ ਉਹ ਬਾਣੀ ਕਿਸੇ ਹੋਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਉਹਨਾਂ ਦੇ ਨਾਂ ਤੇ ਲਿਖ ਦਿੱਤਾ ਹੈ। ਉਹ ਭਗਤ ਸਾਹਿਬਾਨ ਦੀ ਬਾਣੀ ਉੱਥੇ ਤਾਂ ਨਾਮ ਹੈ ਹੀ ਨਹੀਂਗਾ। ਹਾਂਜੀ ਹਾਂਜੀ, ਉੱਥੇ ਤਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਵੀ ਨਹੀਂ। ਹਾਂ, ਕੋਈ ਨਾਮ ਹੈ ਹੀ ਨਹੀਂ। ਹਾਂਜੀ, ਬਸ ਉਹ ਇਨਫਿਲਟ੍ਰੇਸ਼ਨ ਵਾਲੀ ਗੱਲ ਹੈ। ਜੋ ਦੇਖੋ ਦਸਮ ਗ੍ਰੰਥ ਦਾ ਜਦੋਂ ਵੀ ਗੱਲ ਕਰੋਗੇ, ਦਸਮ ਗ੍ਰੰਥ ਗੁਰੂ ਕਾਲ ਵੇਲੇ ਹੋਂਦ 'ਚ ਹੀ ਨਹੀਂ ਆਇਆ। 1720 ਦੇ ਵਿੱਚ ਪਹਿਲੀ ਵਾਰੀ ਭਾਈ ਮਨੀ ਸਿੰਘ ਨੇ ਯਤਨ ਕੀਤਾ ਵੀ ਅਸੀਂ ਉਹ ਰਚਨਾਵਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਇਕੱਠੀਆਂ ਕਰੀਏ। 14 ਸਾਲ ਯਤਨ ਕਰਦੇ ਰਹੇ, ਉਹਨਾਂ ਨੂੰ ਬੰਦ ਕੱਢਤਾ ਗਿਆ। 1734-35 ਦੇ ਵਿੱਚ ਉਹ ਰਚਨਾਵਾਂ ਵੱਖਰੀਆਂ ਸੀਗੀਆਂ। ਬਾਅਦ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਉਹ ਇੱਕ ਗ੍ਰੰਥ ਬਣਾ ਦਿੱਤਾ ਗਿਆ, ਉਹਨੂੰ ਦਸਮ ਪਾਤਸ਼ਾਹ ਗ੍ਰੰਥ ਉਹਦਾ ਨਾਂ ਰੱਖ ਦਿੱਤਾ ਗਿਆ। ਬਾਅਦ 'ਚ ਉਹਦਾ ਨਾਮ ਬਚਿੱਤਰ ਨਾਟਕ ਬਣ ਗਿਆ, ਫਿਰ ਹੁਣ ਦਸਮ ਗ੍ਰੰਥ ਬਣ ਗਿਆ, ਹੁਣ ਸ਼੍ਰੀ ਦਸਮ ਗ੍ਰੰਥ ਬਣ ਗਿਆ, ਹੁਣ ਸ਼੍ਰੀ ਗੁਰੂ ਦਸਮ ਗ੍ਰੰਥ ਬਣ ਗਿਆ। ਇਹ ਉਹਦੇ 'ਚ ਇਹ ਚੇਂਜ ਹੋਈ ਹੈ ਸਾਰਾ ਕੁਛ। ਦਸਮ ਗ੍ਰੰਥ ਬਾਰੇ ਅਜੇ ਤੱਕ ਵੀ ਕੌਮ ਨਿਰਣਾ ਨਹੀਂ ਕਰ ਸਕੀ ਵੀ ਕਿਹੜੀ ਰਚਨਾ ਗੁਰੂ ਸਾਹਿਬ ਦੀ ਹੈਗੀ, ਕਿਹੜੀ ਨਹੀਂ ਹੈਗੀ। ਸਿਰਫ ਰਹਿਤ ਮਰਿਆਦਾ ਅਨੁਸਾਰ ਜਿੰਨੀ ਕੁ ਰਚਨਾ ਸਾਨੂੰ ਪੜ੍ਹਨ ਦੀ ਹਦਾਇਤ ਹੈ ਉਨੀ ਕੁ ਅਸੀਂ ਪੜ੍ਹ ਲੈਂਦੇ ਹਾਂ, ਬਾਕੀ ਦਾ ਸਾਡਾ ਉਹਦਾ ਲੈਣ ਦੇਣ ਕੋਈ ਹੈ ਨਹੀਂ। ਕੌਮ ਕਰਨਾ ਹੀ ਨਹੀਂ ਚਾਹੁੰਦੀ ਫੈਸਲਾ, ਦਸਮ ਗ੍ਰੰਥ ਦਾ ਕੌਮ ਫੈਸਲਾ ਕਰਨਾ ਹੀ ਨਹੀਂ ਚਾਹੁੰਦੀ। ਚਲੋ ਕੋਈ ਨਹੀਂ, ਜੋ ਹੈ ਉਹ ਤਾਂ ਵੱਖਰਾ ਵਿਸ਼ਾ, ਬੜਾ ਲੰਬਾ ਵਿਸ਼ਾ ਹੈ। ਸੋ ਅੱਜ ਦੇ ਵਿਚਾਰ ਚਰਚਾ ਦੇ ਵਿੱਚ ਵੀ ਤੇਜਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਜੋ ਪੁਆਇੰਟ ਕਲੀਅਰ ਕੀਤੇ ਹਨ ਔਰ ਸੰਗਤ ਵੱਲੋਂ ਵੀ ਇਨਪੁਟ ਮਿਲੇ ਹਨ। ਸਭ ਦਾ ਬਹੁਤ ਬਹੁਤ ਧੰਨਵਾਦ। ਕਲਾਸ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ।